ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ ਮਾਈ ਦੇਸਾਂ, ਪਾਤਸ਼ਾਹੀ 10ਵੀਂ, ਪਿੰਡ ਚੱਕ ਫਤਿਹ ਸਿੰਘ ਵਾਲਾ, ਨੇੜੇ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ, ਦੇਸ਼ ਪੰਜਾਬ। ਗੁਰਮੁਖ ਪਿਆਰਿਓ, ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਪਰਿਵਾਰ ਵਿਛੋੜੇ ਤੋਂ ਬਾਅਦ ਸਾਹਿਬੇ ਕਮਾਲ ਸੱਚੀ ਸਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ 1706 ਈਸਵੀ ਦੇ ਵਿੱਚ ਦਮਦਮਾ ਸਾਹਿਬ ਤੋਂ ਚੱਲ ਕੇ ਮਾਈ ਦੇਸਾਂ ਦੇ ਪਿਆਰ ਸਦਕਾ ਉਹਦੇ ਘਰ ਬੁਰਜ ਸਾਹਿਬ ਪਹੁੰਚੇ, ਜਿੱਥੇ ਪਾਤਸ਼ਾਹ ਨੇ 9 ਦਿਨ ਭਾਗ ਲਾਏ, ਬੜੀਆਂ ਅਲੌਕਿਕ ਦਾਤਾਂ ਬਖਸ਼ਿਸ਼ ਕੀਤੀਆਂ, ਨਾਮਦਾਨ ਦੀਆਂ ਦਾਤਾਂ ਦਿੱਤੀਆਂ, ਆਪਣੀਆਂ ਅਸੀਸਾਂ ਆਪਣੀਆਂ ਬਰਕਤਾਂ ਦੇ ਕੇ ਗਏ, ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਗਏ ਉਸ ਬਰਾਗਣ ਰੂਹ ਨੂੰ। ਦਾਸ ਮਾਤਾ ਜੀ ਦੀ 10ਵੀਂ ਪੀੜ੍ਹੀ 'ਚੋਂ ਇਸ ਸਥਾਨ 'ਤੇ ਬਚਪਨ ਤੋਂ ਸੇਵਾ ਕਰਦਿਆਂ, ਸਿਮਰਨ ਕਰਦਿਆਂ, ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਇਸ ਬਾਣੀ ਦਾ ਅਧਿਐਨ ਕਰਦਿਆਂ, ਦਿੱਤੀਆਂ ਹੱਥ ਲਿਖਤ ਪੋਥੀਆਂ, ਗੁਰੂ ਗ੍ਰੰਥ ਸਾਹਿਬ ਹੱਥ ਲਿਖਤ ਅਤੇ ਹੋਰ ਅਨੇਕਾਂ ਨਿਸ਼ਾਨੀਆਂ, ਜਿਨ੍ਹਾਂ ਦੀ ਸੇਵਾ ਕਰਦਿਆਂ, ਅਧਿਐਨ ਕਰਦਿਆਂ ਬੜਾ ਕੁਛ ਪ੍ਰਾਪਤ ਹੋਇਆ। ਬੜੇ ਸੂਤਰ ਮਿਲੇ, ਬੜੀਆਂ ਹੀ ਦਾਤਾਂ ਸਤਿਗੁਰਾਂ ਨੇ ਝੋਲੀ ਪਾਈਆਂ, ਕਰਤੇ ਦਾ ਮਿਲਾਪ ਹੋਇਆ, ਸਤਿਗੁਰਾਂ ਦੇ ਦਰਸ਼ਨ ਦਿਦਾਰੇ ਬਖਸ਼ਿਸ਼ ਹੋਏ। ਕਟਾਨਕੋਟ ਮਾਂ ਦੇਸਾਂ ਦਾ ਜਿਨ੍ਹਾਂ ਨੇ ਕਿਰਪਾ ਕਰਕੇ ਦਾਸ ਨੂੰ ਚੁਣਿਆ, ਆਪਣੀ ਕੁਲ 'ਚ ਜਨਮ ਦਿੱਤਾ ਅਤੇ ਇੱਥੇ ਰੱਖ ਕੇ ਆਪਣੇ ਆਪੇ ਨਾਲ ਮਿਲਾਪ ਕਰਵਾਇਆ। ਹੁਣ ਹੁਕਮ ਹੋਇਆ ਮਾਂ ਦਾ ਕਿ ਜੋ ਤੁਸੀਂ ਜਾਣਿਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਜੋ ਸੂਤਰ ਸਤਿਗੁਰੂ ਦੇ ਕੇ ਗਏ ਆਪਣੇ ਆਪੇ ਨੂੰ ਜਾਣਨ ਦੇ, ਪਹਿਚਾਨਣ ਦੇ, ਆਪਣੇ ਨੇੜ ਆਉਣ ਦੇ, ਆਤਮ ਰਸ ਨੂੰ ਪੀਣ ਦੇ, ਆਤਮ ਰੰਗ ਨੂੰ ਮਾਣਨ ਦੇ, ਉਹ ਸੰਗਤਾਂ 'ਚ ਵਰਤਾਓ। ਅਤੇ ਅੱਜ ਦੇ ਯੁੱਗ ਦਾ ਲਾਹਾ ਲੈਂਦਿਆਂ ਹੋਇਆਂ ਪਹਿਲਾਂ YouTube 'ਤੇ ਆਪਾਂ ਇਹ ਪਿਛਲੇ ਮਹੀਨੇ 26 ਤਰੀਕ ਤੋਂ ਪਾਉਣਾ ਸ਼ੁਰੂ ਕੀਤਾ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਆਪਾਂ ਰੋਜ਼ਾਨਾ ਪਾ ਰਹੇ ਹਾਂ। ਜੋ ਮਾਤਾ ਜੀ ਦਾ ਹੁਕਮ ਹੈ, ਵਿਆਖਿਆ ਇਸੇ ਤਰ੍ਹਾਂ ਹੀ ਪਾਉਂਦੇ ਰਹਾਂਗੇ। ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਤਾਂ ਜੁੜਨਗੀਆਂ, ਸੰਗਤਾਂ ਦਾ ਹੁਕਮ ਹੋਵੇਗਾ, ਫਿਰ ਆਪਾਂ ਗੁਰਬਾਣੀ ਦੇ ਵਿੱਚੋਂ ਉਹਨਾਂ ਸੂਤਰਾਂ ਦਾ ਪ੍ਰਚਾਰ ਕਰਾਂਗੇ, ਉਹਨਾਂ ਸਮਿਰਤੀਆਂ ਦਾ ਪ੍ਰਚਾਰ ਕਰਾਂਗੇ, ਉਹ ਸਾਂਝਾਂ ਪਾਵਾਂਗੇ ਕਿ ਕਿਵੇਂ ਕਿਵੇਂ ਸਤਿਗੁਰੂ ਸਾਨੂੰ ਜੁੜਨ ਲਈ ਕਹਿੰਦੇ ਨੇ, ਆਪਣੇ ਆਪੇ ਨੂੰ ਪਹਿਚਾਣ ਕਰਨ ਲਈ ਕਹਿੰਦੇ ਨੇ। ਅਤੇ ਜੋ ਪਹਿਲਾਂ ਵੀ ਚੱਲ ਰਿਹਾ ਕਿ ਜਿੱਥੇ ਵੀ ਸੰਗਤ ਬੁਲਾਉਂਦੀ ਆ ਆਪਾਂ ਦਰਸ਼ਨ ਦਿਦਾਰੇ ਕਰਾਉਣੇ ਆ। ਹੁਣ ਨਾਲ ਸੰਗਤ ਨੂੰ ਬਹਾ ਕੇ ਅਨੁਭਵ ਕਰਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਜਾਪ ਕਿਹਨੂੰ ਕਹਿੰਦੇ ਆ, ਸਿਮਰਨ ਕਿਹਨੂੰ ਕਹਿੰਦੇ ਆ, ਧਿਆਨ ਕਿਹਨੂੰ ਕਹਿੰਦੇ ਆ। ਆਪਣੇ ਆਪੇ ਨਾਲ ਜੁੜਨ ਵਾਸਤੇ ਪਵਨ ਗੁਰੂ ਵਾਲੀ ਵਿਧੀ ਕਿਵੇਂ ਦਿੱਤੀ ਸਤਿਗੁਰੂ ਨਾਨਕ ਨੇ, ਇਹ ਸਾਰੀਆਂ ਸਾਂਝਾਂ ਪਾਈਆਂ ਜਾਂਦੀਆਂ। ਜਿਵੇਂ ਜਿਵੇਂ ਸੰਗਤਾਂ ਜੁੜਦੀਆਂ ਜਾਣਗੀਆਂ ਆਪਾਂ ਇਹ ਅਨੁਭਵ ਕਰਾਉਂਦੇ ਰਹਿਣਾ। ਅਤੇ ਸਭ ਨੇ ਜਾਣਨਾ ਆਪਣੇ ਆਪੇ ਦੇ ਅੰਦਰੋਂ ਹੀ ਆ, ਹੁੰਦਾ ਸਭ ਕੁਛ ਕੋਲ ਹੀ ਆ, ਸਿਰਫ ਇੱਕ ਦੱਸਣ ਦਾ ਤਰੀਕਾ, ਇੱਕ ਸਮਝਾਉਣ ਦਾ ਤਰੀਕਾ ਹੁੰਦਾ। ਬਾਕੀ ਗਵਾਹੀ ਗੁਰੂ ਗ੍ਰੰਥ ਸਾਹਿਬ ਭਰਦੇ ਨੇ। ਜਾਣੋ ਆਪਣੇ ਆਪ ਨੂੰ, ਜੁੜੋ। ਅੱਜ ਭਾਦੋਂ ਦਾ ਮਹੀਨਾ ਸੀ, ਸੰਗਰਾਂਦ ਸੀਗੀ, ਅਤੇ ਹੁਕਮਨਾਮਾ ਸਾਹਿਬ ਦੇ ਨਾਲ ਸੋਚਿਆ ਕਿ ਭਾਦੋਂ ਮਹੀਨੇ ਦੀ ਜੋ ਪਾਠ ਹੈ 12 ਮਾਹਾਂ ਦਾ, ਆਪਾਂ ਉਹਦੀ ਵੀ ਸਾਂਝ ਪਾ ਲਈਏ ਅਤੇ ਅੱਗੇ ਤੋਂ ਜਿਹੜੇ ਵੀ ਮਹੀਨੇ ਆਉਣਗੇ ਉਹ ਸਾਂਝ ਆਪਾਂ ਪਾਉਂਦੇ ਰਹਾਂਗੇ। ਆਓ ਜੀ। ਭਾਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੀਤ। ਸਤਿਗੁਰੂ ਜਦੋਂ ਵੀ ਸਾਨੂੰ ਸਮਝਾਉਂਦੇ ਆ, ਬਾਹਰੀ ਤੌਰ 'ਤੇ ਜੋ ਚੱਲ ਰਿਹਾ ਸਮਾਜ 'ਚ ਸਿਸਟਮ ਆ ਉਹਦੀ ਉਦਾਹਰਨ ਦਿੰਦੇ ਆ, ਉਹਦਾ ਵਿੱਚ ਜ਼ਿਕਰ ਕਰਦੇ ਆ। ਜਿਵੇਂ ਸਤਿਗੁਰਾਂ ਨੇ ਜਦੋਂ ਕਰਤੇ ਪੁਰਖ ਦੇ ਮਿਲਾਪ ਦੀ ਗੱਲ ਕੀਤੀ ਆ ਰੂਹ ਨਾਲ, ਤਾਂ ਬਾਹਰੀ ਤੌਰ 'ਤੇ ਜਿਹੜੀ ਧਨ ਇਸਤਰੀ ਹੁੰਦੀ ਹੈ ਅਤੇ ਉਹਦਾ ਮਾਹੀ ਹੁੰਦਾ, ਉਹਨਾਂ ਦੇ ਬਿਰਤਾਂਤ ਨੂੰ ਵੀ ਸਿਰਜਿਆ ਕਿ ਕਿਵੇਂ ਉਹ ਰਾਹ ਉਡੀਕਦੀ ਆ, ਕਿਵੇਂ ਚੇਤੇ ਕਰਦੀ ਆ ਆਪਣੇ ਮਾਹੀ ਨੂੰ, ਆਪਣੇ ਸੱਜਣ ਨੂੰ, ਕਿਵੇਂ ਫਿਰ ਉਹ ਉਹਦੇ ਮਿਲਾਪ ਨੂੰ ਤਰਸਦੀ ਆ, ਕਿਵੇਂ ਉਹ ਫਿਰ ਕਿਰਪਾ ਕਰਦਾ, ਮਿਲਦਾ, ਕਿੰਨਾਂ ਰਾਹਾਂ ਤੋਂ ਮਿਲਦਾ, ਕਿਹੜੀ ਸਾਧਨਾ ਨਾਲ ਮਿਲਦਾ, ਕਿਹੜੀਆਂ ਸਖੀਆਂ ਨੇ ਕਿਵੇਂ ਪਾਇਆ ਮਾਲਕ ਨੂੰ, ਉਹਨਾਂ ਦੀ ਉਹ ਸੇਵਾ ਕਰਦੀ ਆ, ਉਹਨਾਂ ਦੀ ਸਾਂਝ ਪਾਉਂਦੀ ਆ ਕਿ ਸਖੀਓ ਤੁਸੀਂ ਕਿਵੇਂ ਪਾਇਆ। ਇਹ ਸਾਰੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਅਸੀਂ ਇਹਨਾਂ ਗੱਲਾਂ ਨੂੰ ਕਰਿਆ ਕਰੀਏ, ਖੁਦ ਪੜ੍ਹੀਏ, ਸੁਣੀਏ
ਤਾਂ ਕਿ ਸਾਡੇ ਬੱਚੇ ਤੇ ਅਸੀਂ ਜਾਣ ਸਕੀਏ ਕਿ ਕਿੰਨਾ ਖੁੱਲ੍ਹਾ ਡੁੱਲਾ ਸਿਸਟਮ ਸਾਨੂੰ ਦਿੱਤਾ। ਸਤਿਗੁਰੂ ਇੱਥੇ ਕੀ ਸਮਝਾਉਂਦੇ ਆ ਕਿ ਇੱਕ ਭਾਅ ਹੁੰਦਾ ਸਾਡੇ ਅੰਦਰ ਜਦੋਂ ਅਸੀਂ ਸੰਸਾਰ 'ਚ ਆਉਂਦੇ ਆ। ਸਾਨੂੰ ਨਿਰੰਕਾਰ ਆਪਣੀ ਯਾਦ ਦੇ ਕੇ ਤੋਰਦਾ। ਉਹ ਤੂੰ ਹੀ ਤੂੰ ਦੀ ਇੱਕ ਲਿਵ, ਉਹ ਓਂਕਾਰ ਦਾ ਨਾਦ ਸਾਡੇ ਅੰਦਰ ਹੋ ਹੀ ਰਿਹਾ ਹੁੰਦਾ। ਜਦੋਂ ਅਸੀਂ ਮਾਂ ਦੇ ਪੇਟ 'ਚ ਹੁੰਦੇ ਆ ਉਦੋਂ ਵੀ ਉਸ ਇੱਕ ਓਂਕਾਰ ਦੇ ਨਾਦ ਨਾਲ ਜੁੜੇ ਹੁੰਦੇ ਆ, ਪੂਰੀਆਂ ਖੁਸ਼ੀਆਂ ਮਾਣਦੇ ਆ। ਸਾਨੂੰ ਆਪਣੇ ਆਪੇ ਦਾ, ਸਾਡੇ ਪਿਛਲੇ ਜਨਮਾਂ ਦਾ, ਜਿੱਥੋਂ ਅਸੀਂ ਆਏ ਆ, ਜਿਹੜੇ ਪਰਿਵਾਰ 'ਚ ਜਾ ਰਹੇ ਆ, ਉਹਨਾਂ ਦੀ ਪੂਰਾ ਗੱਲ ਦਾ ਸਭ ਕੁਛ ਗਿਆਨ ਹੁੰਦਾ। ਕਿਉਂਕਿ ਅਸੀਂ ਆਪਣੇ ਆਪੇ ਦੇ ਕੋਲ ਹੁੰਦੇ ਆ, ਆਪਣੇ ਨੇੜੇ ਹੁੰਦੇ ਆ, ਉਹਦੀ ਯਾਦ 'ਚ ਹੁੰਦੇ ਆ, ਸਿਮਰਨ 'ਚ ਹੁੰਦੇ ਆ, ਧਿਆਨ 'ਚ ਹੁੰਦੇ ਆ। ਪਰ ਇਹ ਸੰਸਾਰ 'ਚ ਜਦੋਂ ਆ ਜਾਂਦੇ ਆ ਤਾਂ ਸਾਡੇ ਵਰਤਾਰੇ ਵਰਤਣੇ ਸ਼ੁਰੂ ਹੁੰਦੇ ਆ। ਸਾਨੂੰ ਬਾਹਰੀ ਸਿੱਖਿਆ ਦਿਖਿਆ ਅਤੇ ਦੂਜਾ ਸਾਨੂੰ ਭੇਜਿਆ ਹੀ ਇਸ ਕਰਕੇ ਜਾਂਦਾ ਕਿ ਇਹ ਸ਼ਿਵ ਸ਼ਕਤੀ ਦਾ ਖੇਲ ਹੈ। ਸ਼ਿਵ ਪਰਮ ਪਿਤਾ ਪਰਮਾਤਮਾ ਨੇ ਸ਼ਕਤੀ ਨੂੰ ਅਧਿਕਾਰ ਦਿੱਤੇ ਨੇ ਕਿ ਮੇਰੇ ਜੀਵ ਰੂਪ ਧਾਰ ਕੇ ਤੇਰੇ ਕੋਲ ਖੇਡਣ ਆਉਣਗੇ ਅਤੇ ਤੂੰ ਉਹਨਾਂ ਨੂੰ ਖੇਡ ਲਾਈ ਰੱਖਣਾ। ਅਤੇ ਮੈਂ ਉਹਨਾਂ ਨੂੰ ਇਸ ਕਰਕੇ ਭੇਜਦਾ ਕਿ ਭਾਈ ਤੁਸੀਂ ਵਾਪਸ ਆਉਣਾ ਹੈ। ਇਹ ਗੱਲ ਜਾਣ ਕੇ ਆਉਣੀ ਹੈ ਕਿ ਤੁਸੀਂ ਕਿੱਥੋਂ ਆਏ ਹੋ, ਕਿਹਦੇ ਪੁੱਤਰ ਹੋ, ਕਿਹਦਾ ਰੂਪ ਹੋ, ਇਹ ਜਾਣ ਕੇ ਵਾਪਸ ਆਉਣਾ ਹੈ। ਅਤੇ ਇਸ ਖੇਡ ਦੇ ਅਧੀਨ ਸਾਰਾ ਸੰਸਾਰ ਲੱਗਿਆ ਹੋਇਆ। ਸਾਡੇ ਅੰਦਰ ਜਿੰਨਾ ਚਿਰ ਇੱਕ ਭਾਵ ਰਹਿੰਦਾ ਤਾਂ ਸਾਨੂੰ ਸਾਰੇ ਸਕੂਨ, ਸਾਰੇ ਆਨੰਦ ਹੁੰਦੇ ਆ। ਬੱਚਾ ਤੁਸੀਂ ਕਦੇ ਦੇਖਿਆ ਕਿਵੇਂ ਇੱਕ ਲੈਅ 'ਚ ਹੁੰਦਾ? ਜਦੋਂ ਕਿਤੇ ਉਹ ਸੁੱਤਾ ਪਿਆ ਹੁੰਦਾ, ਕਿਤੇ ਗੌਰ ਨਾਲ ਦੇਖਿਓ, ਇੱਕ ਤਾਂ ਉਹਦਾ ਜਿਹੜਾ ਸਾਹ, ਪੂਰਾ ਸਾਹ ਲੈਂਦਾ ਉਹ ਐਂ, ਪੇਟ ਉਹਦਾ 2-3 ਇੰਚ ਉੱਚਾ ਉੱਠ ਜਾਂਦਾ, ਫਿਰ ਸਾਹ ਬਾਹਰ ਆਉਂਦਾ, ਫਿਰ ਉਹ ਕਦੇ ਮੁਸਕਰਾਉਂਦਾ, ਕਦੇ ਬੁੱਲ੍ਹ ਜਿਹੇ ਟੇਰਨ ਲੱਗ ਜਾਂਦਾ, ਰੋਂਦਾ ਥੋੜ੍ਹਾ ਜਿਹਾ, ਕਦੇ ਫਿਰ ਹੱਸਣ ਲੱਗ ਜਾਂਦਾ, ਕਦੇ ਮੁੱਠੀਆਂ ਮੀਚਦਾ। ਕਦੇ ਉਹਦੀ ਸਾਰੀ ਕਿਰਿਆ ਨੂੰ ਜਾਣਨ ਦੀ ਕੋਸ਼ਿਸ਼ ਕਰਿਓ ਅਤੇ ਇਹ ਗੱਲ ਦਾ ਅਹਿਸਾਸ ਕਰਿਓ ਕਿ ਮੈਂ ਵੀ ਇੱਕ ਦਿਨ ਆਈ ਪਿਆ ਸੀ, ਮੈਂ ਵੀ ਇਹ ਰੂਪ ਦੇ ਵਿੱਚੋਂ ਲੰਘਿਆ। ਜੇ ਕਿਤੇ ਪੂਰੇ ਪਿਆਰ ਨਾਲ, ਪੂਰੀ ਰੀਝ ਨਾਲ ਇਹ ਗੱਲ ਨੂੰ ਦੇਖਣ ਲੱਗ ਜਾਈਏ ਕਿ ਇਹ ਕੀ ਵੇਖ ਕੇ ਹੱਸਦਾ ਹੈ, ਕੀ ਵੇਖ ਕੇ ਰੋਂਦਾ ਹੈ, ਕਦੇ ਮੁਸਕਰਾਉਂਦਾ ਹੈ, ਕਦੇ ਲੱਤਾਂ ਬਾਹਾਂ ਮਾਰਦਾ, ਕਲਕਾਰੀ ਮਾਰਦਾ ਹੈ, ਮੈਂ ਵੀ ਕਰਦਾ ਸੀ। ਕਿਹੜੀ ਲੈ ਸੀ ਉਹ? ਹੋ ਸਕਦਾ ਸਾਨੂੰ ਮਾੜਾ ਮੋਟਾ ਕਣੀ ਉੱਥੋਂ ਥਿਆ ਜੇ ਉਹ ਲੈ ਦੀ, ਉਹ ਸੂਤਰ ਮਿਲ ਜੇ ਸਾਨੂੰ ਬਿਨਾਂ ਗੱਲੋਂ ਖੁਸ਼ੀ ਵਾਲਾ, ਜਿਹੜਾ ਅਸੀਂ ਦੂਜਾ ਭਾਉ ਹੋਣ ਕਰਕੇ ਗਵਾ ਲਿਆ। ਉਹ ਸੂਤਰ ਥਿਆ ਜੇ ਸਾਨੂੰ। ਬੱਚੇ ਦੇ ਨੇੜੇ ਰਹਿ ਕੇ ਦੇਖਿਓ ਕਿਤੇ ਯਿਸੂ ਮਸੀਹ ਨੇ ਕਿਉਂ ਕਿਹਾ ਕਿ ਮੇਰੇ ਪ੍ਰਭੂ ਦੇ ਰਾਜ ਦੇ ਦਰਵਾਜ਼ੇ ਬੱਚਿਆਂ ਲਈ ਖੁੱਲ੍ਹੇ ਆ, ਬੱਚਿਆਂ ਵਾਂਗ ਹੋ ਜਾਓ। ਬੱਚਿਆਂ ਦਾ ਮਤਲਬ ਹੈ ਕਿ ਜਿਹੜੀ ਉਹਨੂੰ ਇੱਕ ਲੈ ਦੇ ਕੇ ਨਿਰੰਕਾਰ ਨੇ ਤੋਰਿਆ, ਇੱਕ ਭਾਉ ਦੇ ਕੇ ਤੋਰਿਆ, ਉਹ ਉਸੇ ਭਾਉ 'ਚ ਹੀ ਜਿਉਂ ਰਿਹਾ। ਉਹ ਪਵਨ ਗੁਰੂ ਉਹ ਸਵਾਸ ਨੂੰ ਉੱਥੋਂ ਤੱਕ ਪਹੁੰਚਾ ਰਿਹਾ ਜਿੱਥੋਂ ਤੱਕ ਹੁਕਮ ਹੈ। ਸਾਡਾ ਕਿੱਥੇ ਤਨ ਦੇਣਾ ਹੈ, ਨਾਭੀ ਕੋਲੇ ਉਹਨੂੰ ਟੱਚ ਕਰਦਾ ਸਾਹ। ਜਦੋਂ ਹੀ ਉਹਨੂੰ ਟੱਚ ਕਰਦਾ ਤੇ ਸਾਰੇ ਸਰੀਰ ਦੇ ਜਿੰਨੇ ਸੈੱਲ ਹੈ, ਜਿੰਨੇ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਹੈ, ਉਹ ਸਾਰਿਆਂ ਨੂੰ ਇੱਕ ਪ੍ਰਾਣ ਊਰਜਾ, ਇੱਕ ਸ਼ਕਤੀ ਮਿਲਦੀ ਹੈ। ਉਹ ਫਿਰ ਇੱਕ ਆਨੰਦ ਦੀ ਲਹਿਰ ਪੈਦਾ ਕਰਦੇ ਆ, ਜੋਏ, ਖੁਸ਼ੀ, ਖੇੜਾ, ਬਿਨ ਗੱਲੋਂ ਖੁਸ਼ੀ। ਕੋਈ ਬੱਚੇ ਦੇ ਟਰੱਕ ਨਹੀਂ ਚੱਲਦੇ ਉਹਦੇ, ਕੋਈ ਉਹਦੀਆਂ ਫੈਕਟਰੀਆਂ ਦਾ ਨਹੀਂ ਪਤਾ ਉਹਨੂੰ, ਕਾਸੇ ਦਾ ਨਹੀਂ, ਬਸ ਖੁਸ਼ ਹੈ ਆਪਣੇ ਆਪ 'ਚ। ਕਿਉਂਕਿ ਇੱਕ ਭਾਉ ਆ ਉਹਦੇ ਕੋਲ, ਆਪਣੇ ਪਿਤਾ ਦਾ, ਆਪਣੇ ਬਾਪੂ ਦਾ, ਕਰਤੇ ਪੁਰਖ ਦਾ ਦਿੱਤਾ ਹੋਇਆ ਭਾਉ ਆ, ਅਤੇ ਉਹਦੇ ਨਾਲ ਇੱਕ ਲੈ ਆ। ਉਹ ਕਈ ਵਾਰੀ ਬਚਪਨ 'ਚ ਲੱਗਦਾ ਹੁੰਦਾ ਵੀ ਯਾਰ ਜਿੱਥੇ ਆਪਾਂ ਮੱਥਾ ਟੇਕਣ ਜਾਂਦੇ ਹਾਂ ਜਾਂ ਮਿਲਦੇ ਗਿਲਦੇ ਹਾਂ ਜਾ ਕੇ, ਵੀ ਆ ਜਿਹੜੇ ਸੰਤ ਹੈ ਜਾਂ ਜਿਨ੍ਹਾਂ ਨੂੰ ਸਾਧ ਕਹਿੰਦੇ ਆ ਜਾਂ ਸਾਧੂ ਕਹਿੰਦੇ ਆ, ਵੀ ਇਹ ਐਂ ਬੈਠੇ ਕੀ ਕਰਦੇ ਆ? ਵੀ ਵਿੱਚ ਕੁਛ ਐਂ ਕਹਿੰਦੇ ਹੁੰਦੇ ਵੀ ਯਾਰ ਕੰਮ ਕਰ ਲੈਣ, ਕੋਈ ਆਹ ਕਰ ਲੈਣ। ਇਹ ਗੱਲਾਂ ਆਉਂਦੀਆਂ ਹੁੰਦੀਆਂ ਸੀ ਵੀ ਯਾਰ ਇਹ ਫਿਰ ਬੈਠੇ ਕਿਉਂ ਹੈ, ਬੈਠ ਕੇ ਕੀ ਕਰਦੇ ਆ? ਕੋਈ ਦੱਸਦਾ ਹੀ ਨਹੀਂ ਸੀ। ਮੈਂ ਤਾਂ ਇੰਨਾ ਜ਼ਿਆਦਾ ਪੁੱਛਦਾ ਰਿਹਾ ਵੀ ਇਹ ਗੱਲ ਕੀ ਆ ਅਸਲ ਦੇ ਵਿੱਚ, ਸਾਡੇ 'ਚ ਅਤੇ ਉਹਦੇ 'ਚ ਫਰਕ ਕੀ ਆ? ਐਂ ਤਾਂ ਕੋਈ ਵੀ ਕੱਪੜੇ ਲਾ ਕੇ ਬਹਿ ਜੂਗਾ ਲੰਗੋਟ ਪਾ ਕੇ, ਜਾਂ ਕੋਈ ਵੀ ਇਸ ਤਰ੍ਹਾਂ ਕਰਕੇ ਐਂ ਬਹਿ ਜੂਗਾ, ਵੀ ਅਸਲ ਦੇ ਵਿੱਚ ਕਰਦਾ ਇਹ ਕੀ ਆ? ਫਿਰ ਇੱਕ ਸਾਡੇ ਉਦੋਂ ਬਚਪਨ ਦੇ ਵਿੱਚ ਸੰਤ ਆਉਂਦੇ ਹੁੰਦੇ ਜਲ ਧਾਰੇ ਵਾਲੇ, ਉਹ ਫਿਰ ਮੇਰੇ ਪਿਤਾ ਵਰਗੇ ਐਂ ਦੱਸਣ ਲੱਗ ਜਾਂਦੇ ਆ ਕਿ ਭਈ ਇਹ ਜਲ ਧਾਰਾ ਕਰਦਾ, ਕਿੰਨੇ ਘੜੇ ਖੋਣੀ ਪਾਣੀ ਦੇ ਸਿਰ 'ਚ, ਉਹ ਮਾਘ ਦੇ ਮਹੀਨੇ 'ਚ ਉਹ ਥੱਲੇ ਬਹਿ ਜਾਂਦਾ, ਉੱਤੋਂ ਸੇਵਾਦਾਰ ਲਿਆ ਘੜੇ ਪਾਈ ਜਾਂਦੇ ਆ। ਅਤੇ ਉਹਨਾਂ ਗੱਲਾਂ ਪਿੱਛੇ ਰੀਜਨ ਸੀਗਾ
ਕਿ ਉਹ ਜਿਹੜੀ ਧਾਰ ਪੈ ਰਹੀ ਹੈ, ਇੱਕ ਰਸ, ਉਹ ਜਿਹੜਾ ਭਾਉ ਪੈ ਰਿਹਾ ਤਾਹਾਂ ਤੋਂ, ਉਹਦੇ ਨਾਲ ਕਦੇ ਇੱਕ ਮਿਕਤਾ ਹੋ ਜੇ। ਬਾਹਰਲੀ ਬਹਿੰਦੀ ਧਾਰ ਦੇਖ ਕੇ, ਜਿਹੜਾ ਕਿ ਨਾ ਤੇਲ ਦੇਖ, ਤੇਲ ਦੀ ਧਾਰ ਦੇਖ, ਉਹ ਧਾਰ ਦੇਖਣ ਪਿੱਛੇ ਵੀ ਇੱਕ ਭਾਉ ਦਾ ਨਿਯਮ ਸੀਗਾ ਕੋਈ, ਕਿ ਜਦੋਂ ਅਸੀਂ ਕਿਸੇ ਵਗਦੀ ਚੀਜ਼ ਨੂੰ ਇੱਕ ਟੱਕ ਦੇਖਦੇ ਹਾਂ ਤਾਂ ਸਾਡੇ ਅੰਦਰਲੀ ਲਹਿਰ ਉਹਦੇ ਨਾਲ ਸਟਾਰਟ ਹੋ ਜਾਂਦੀ ਹੈ। ਬੜੇ ਗੁਰੂ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਆ ਵੀ ਜਾ ਕੇ ਨਦੀ ਦੇ ਕਿਨਾਰੇ ਬੈਠ ਹੋਏ, ਦੇਖ ਵਗਦੇ ਪਾਣੀ ਨੂੰ, ਦੇਖ ਜੋ ਦਰਖਤਾਂ ਦੀ ਸ਼ੈ ਸ਼ੈ ਹੋ ਰਹੀ ਹੈ, ਪਾਣੀ ਦੀ ਕਲਕਲ ਹੋ ਰਹੀ ਹੈ। ਉਹ ਇਸੇ ਭਾਵ ਨੂੰ ਸਮਝਾਉਣ ਦੇ ਮਾਰੇ ਬਥੇਰੀਆਂ ਟੱਕਰਾਂ ਮਾਰਦੇ ਆ ਵਿਚਾਰੇ ਸਾਰੇ ਹੀ, ਕਿ ਤੈਨੂੰ ਬੰਦਿਆ ਇਹ ਪਤਾ ਲੱਗ ਜੇ ਤੂੰ ਪ੍ਰੋਪਰਟੀ ਲੈ ਕੇ ਕੀ ਆਇਆ ਸੀ ਮਾਲਕ ਤੋਂ, ਤੂੰ ਭੁੱਲ ਚੁੱਕਿਆ। ਬੜੇ ਸਵਾਲ ਕਰਨੇ, ਜਰਾ ਐਂ ਸੰਤ ਬੈਠੇ ਆਰਾਮ ਨਾਲ ਸਿੱਧੇ ਆਏ, ਅੱਖਾਂ ਬੰਦ ਹੈ ਵੀ ਫਿਰ ਇਹ ਕੀ ਕਰਦੇ ਅੱਖਾਂ ਬੰਦ ਕਰਕੇ? ਕਿਸੇ ਨੇ ਨਹੀਂ ਦੱਸਿਆ ਵੀ ਆਹ ਕਰਦੇ ਆ। ਵੀ ਇਹ ਸਵਾਸ ਆ ਜਿਹੜਾ ਪਵਨ ਗੁਰੂ ਹੈ, ਗੁਰੂ ਦੇ ਚਰਨਾਂ ਨੂੰ ਪਰਸਦੇ ਆ, ਸੁਰਤ ਨਾਲ ਇਹਦੇ ਨਾਲ ਹੀ ਅੰਦਰ ਜਾਂਦੇ ਆ। ਜਿੱਥੇ ਉਹ ਤਨ ਦੇਣ ਇੱਕ ਸੈਂਟਰ ਹੈ, ਉੱਥੇ ਜਾ ਕੇ ਪੌਜ ਕਰਦੇ ਆ ਸਵਾਸ ਨੂੰ ਥੋੜ੍ਹਾ ਚਿਰ। ਉੱਥੋਂ ਜਦੋਂ ਸਾਰੇ ਸਰੀਰ 'ਚ ਊਰਜਾ ਫੈਲ ਜਾਂਦੀ ਹੈ, ਤਾਕਤ ਪ੍ਰਾਣ ਸ਼ਕਤੀ ਜਿਹੜੀ ਸਾਹ ਰਾਹੀਂ ਨਾਲ ਗਈ, ਉਦੋਂ ਬਾਅਦ ਉਹ ਖਾਲੀ ਸਵਾਸ ਦੇ ਨਾਲ ਫੇਰ ਬਾਹਰ ਆਉਂਦੇ ਆ ਅਤੇ ਆਪਣੇ ਨੱਕ ਕੋਲੇ ਮਹਿਸੂਸ ਕਰਦੇ ਆ ਉਹ ਨਿੱਘ ਨੂੰ, ਉਹ ਗੱਲ ਨੂੰ। ਕਦੇ ਸਵਾਸ ਈੜਾ 'ਚੋਂ ਆਉਂਦਾ, ਕਦੇ ਪਿੰਗਲਾ 'ਚੋਂ ਆਉਂਦਾ, ਕਦੇ ਦੋਨੇ ਨਾਸਾਂ 'ਚੋਂ ਸਾਹ ਚੱਲਦਾ, ਉਦੋਂ ਸੁਖਮਨਾ ਖੁੱਲ੍ਹ ਜਾਂਦੀ ਹੈ। ਉਸ ਸੁਖਮਨਾ ਦੇ ਖੁੱਲ੍ਹੇ ਹੋਏ ਵੇਲੇ 'ਚ ਜਿਹੜਾ ਸਾਧੂ ਆ, ਸਾਧਕ ਹੈ, ਸੰਤ ਹੈ, ਉਹਦੇ ਕੋਲ ਇੱਕ ਅਥੋਰਿਟੀ ਹੁੰਦੀ ਹੈ ਇਸ ਚੀਜ਼ ਦੀ ਕਿ ਜੇ ਉਦੋਂ ਉਹ ਕੋਈ ਬਚਨ ਕਰ ਦੇਵੇ ਤਾਂ ਪੂਰਾ ਹੋ ਜਾਂਦਾ। ਇਹੀ ਕਾਰਨ ਅਸੀਂ ਬਥੇਰੀਆਂ ਕਹਾਣੀਆਂ ਸੁਣੀਆਂ ਕਿ ਫਲਾਨਾ ਸੰਤਾਂ ਦੇ ਜਾਂਦਾ ਸੀ। ਇੱਕ ਦਿਨ ਗਿਆ ਭਾਈ, ਜਾ ਕੇ ਦੁੱਧ ਰੱਖਿਆ, ਲੰਗਰ 'ਚ ਮੱਥਾ ਟੇਕਿਆ, ਅਤੇ ਸੰਤ ਕਹਿੰਦੇ ਵੀ ਕਿਸੇ ਲੋਰ 'ਚ ਆਏ ਹੋਏ ਸੀ। ਉਦੋਂ ਲੋਰ ਇਹੀ ਹੁੰਦੀ ਹੈ ਕਿ ਉਹਨਾਂ ਦੀ ਸੁਖਮਨਾ ਚੱਲ ਪਈ, ਅਤੇ ਉਹਨਾਂ ਨੇ ਆਖਿਆ ਚਲ ਬੜੇ ਚਿਰ ਤੋਂ ਫਿਰਦਾ ਇਹ ਸੇਵਾ ਕਰਦਾ, ਅੱਜ ਮੌਕਾ ਆਇਆ। ਜਿਵੇਂ ਆਪਣਾ ਕੋਈ ਨੰਬਰਦਾਰ ਜਾਂ ਆਪਣਾ ਬੰਦਾ ਕਿਸੇ ਮੰਤਰੀ ਨੂੰ ਮਿਲਣ ਚਲਿਆ ਜਾਵੇ ਅਤੇ ਮੰਤਰੀ ਕਹੇ ਆ ਜਾ ਨੰਬਰਦਾਰਾ ਚਾਹ ਪੀਣੇ ਆ, ਅਤੇ ਉਹਦੇ ਚੇਤੇ ਆ ਜੀ ਯਾਰ ਮੇਰੇ ਕੋਟ ਦੀ ਜੇਬ 'ਚ 2-3 ਚਿੱਠੀਆਂ ਜਿਨ੍ਹਾਂ 'ਤੇ ਦਸਤਖਤ ਕਰਾਉਣੇ ਆ, ਉਹਨਾਂ ਦੀ ਰੋਜੀ ਰੋਟੀ ਬਣ ਜੂ, ਵਿਚਾਰੇ ਨੌਕਰੀ ਪੈ ਜਾਣਗੇ। ਉਦੋਂ ਬੇਨਤੀ ਕਰ ਲੈਂਦਾ। ਆਈ ਸਾਧੂਆਂ ਦੀ ਜਦੋਂ ਸੁਖਮਨਾ ਚੱਲ ਪੈਂਦੀ ਆ, ਜਿਹੜੇ ਗੌਰ ਵਾਲੇ ਸੇਵਕ ਆ ਉਹਨਾਂ ਨੂੰ ਚਿਹਰੇ ਤੋਂ ਪਤਾ ਲੱਗ ਜਾਂਦਾ, ਉਹ ਬੇਨਤੀ ਉਦੋਂ ਕਰਦੇ ਆ। ਅਤੇ ਉਹ ਫਿਰ ਕਈ ਵਾਰੀ ਸਾਧੂ ਕਹਿੰਦਾ ਵੀ ਆਹ ਉਹ ਫਲਾਨਾ ਸਿਆਂ ਦੱਸ ਕੀ ਚਾਹੀਦਾ, ਉਹ ਕਹਿੰਦਾ ਜੀ ਬੱਚਾ ਨਹੀਂ ਹੈ ਘਰ, ਉਹ ਤਥਾਸਤੂ ਹੋ ਜੂਗਾ। ਉਦੋਂ ਉਹ ਨਹੀਂ ਕਹਿੰਦੇ, ਉਹਨਾਂ ਦੀ ਇੱਕ ਮਿਕਤਾ ਨਿਰੰਕਾਰ ਨਾਲ ਭਾਵ ਇੱਕ 'ਚ ਹੋਏ ਹੁੰਦੇ ਆ। ਉਹਨਾਂ ਚਿਰ ਇੱਕ ਭਾਵ 'ਚੋਂ ਜਿਹੜੀ ਗੱਲ ਕਹਿਤੀ, ਸਾਧ ਬਚਨ ਅਟਲਾਦਾ, ਸਾਧੂ ਬੋਲਾ ਸਹਿਜ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ, ਫਿਰ ਉਹ ਪੂਰਨ ਹੁੰਦਾ। ਕੋਈ ਕੁਛ ਮੰਗ ਲੇ, ਕੋਈ ਲਗਜ਼ਰੀ ਮੰਗ ਲੇ, ਕੋਈ ਕੁਛ ਮੰਗ ਲੇ, ਉਹ ਪੂਰਨ ਹੀ ਹੁੰਦਾ। ਇਹ ਬੜੇ ਪੁਆਇੰਟ ਆ, ਪਰ ਸਾਨੂੰ ਨਹੀਂ ਉਦੋਂ ਕਿਸੇ ਨੇ ਦੱਸੇ ਬਚਪਨ 'ਚ। ਇਹ ਤਾਂ ਸਾਧਨਾ ਖੁਦ ਕਰ ਕਰਕੇ, ਭੱਜ ਭੱਜ ਕੇ, ਮਾਤਾ ਨੇ ਦੇਸਾਂ ਨੇ ਕਿਰਪਾ ਕੀਤੀ, ਕਿਰਾਇਆ ਭਾੜਾ ਵੀ ਪਹੁੰਚ ਜਾਂਦਾ ਸੀ, ਗ੍ਰੰਥ ਵੀ ਪਹੁੰਚ ਜਾਂਦੇ ਸੀ। ਫਿਰ ਐਂ ਹੁੰਦਾ ਸੀ ਵੀ ਜਿੱਥੋਂ ਦੀ ਇਹ ਗੱਲ ਆ ਉੱਥੇ ਜਾ ਕੇ ਦਿਖ ਗਈ, ਫਿਰ ਜਾ ਕੇ ਦੇਖਣਾ। ਬੜਾ ਕੁਛ ਮਿਲਿਆ, ਬੜਾ ਕੁਛ ਸਿੱਖਿਆ, ਬੜਾ ਕੁਛ ਜਾਣਿਆ। ਇਹ ਰੰਗਲੀ ਦੁਨੀਆ ਮੇਰੇ ਬਾਪੂ ਦੀ ਹੈ, ਸੱਚੀ ਸਰਕਾਰ ਦੀ ਹੈ। ਸਾਨੂੰ ਤਾਂ ਖੁੱਲ੍ਹੀ ਛੁੱਟੀ ਦਿੱਤੀ ਵੀ ਹੈ ਕਿ ਕਿਤੋਂ ਰੋਕ ਟੋਕ ਨਹੀਂ, ਜਿੱਥੇ ਮਰਜ਼ੀ ਜਾਓ, ਇਹ ਆਪਣੀ ਹੈ। ਲਿਖ ਕੇ ਦਿੱਤਾ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਉਹਦਾ ਹੀ ਵਾਸਾ ਅਤੇ ਉਹ ਮਾਲਕ ਦੀ ਇਹ ਹੈਗੀ। ਜਿੰਨਾ ਚਿਰ ਹੈਗੇ ਆ ਰੰਗ ਮਾਣਾਂਗੇ, ਦੇਖਾਂਗੇ, ਜਦੋਂ ਹੁਕਮ ਆਇਆ ਚਲੇ ਜਾਵਾਂਗੇ। ਜਿਹੜਾ ਭਾ ਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ, ਜਿੱਦੇ ਉਹ ਇੱਕ ਭਾ ਜਿਹੜਾ ਤੁਹਾਡਾ ਵਹਿ ਰਿਹਾ ਸੀ, ਜਿਹੜਾ ਤੁਹਾਨੂੰ ਦਿੱਤਾ ਸੀ, ਇਹ ਤਕਰੀਬਨ 'ਚ 10-11 ਸਾਲ ਤੱਕ ਬੰਦੇ ਨੂੰ ਆਨੰਦ ਦਿੰਦਾ ਰਹਿੰਦਾ। ਉਦੋਂ ਤੱਕ ਸਮਾਜ ਦੀ ਸਿੱਖਿਆ ਦਾ, ਦੀਖਿਆ ਦਾ ਬਹੁਤਾ ਅਸਰ ਨਹੀਂ ਹੁੰਦਾ। ਬੱਚੇ ਨੂੰ ਕਿੰਨਾ ਹੀ ਕਹੀ ਚਲੋ ਆਪਾਂ ਫਲਾਨੀ ਕੌਮ ਦੇ ਆ, ਫਲਾਨੇ ਨਾਲ ਨਾ ਰਲੀ, ਉਹਦਾ ਇੱਕ ਪਿਆਰ ਬਣਿਆ ਹੁੰਦਾ, ਉਹ ਰਲਦਾ। ਘਰੇ ਕਹਿ ਜਾਂਦਾ ਨਹੀਂ ਰਲਦਾ। ਬਥੇਰਾ ਬੁੜੀਆਂ ਮੱਤਾਂ ਮਾਰਦੀਆਂ ਹੁੰਦੀਆਂ, ਭਾਈ ਆਹ ਜਾਤ ਪਾਤ ਹੁੰਦੀ ਆ, ਫਲਾਨੀ ਹੁੰਦੀ ਆ, ਫਲਾਨਾ ਨਾ ਕਰੀ। ਉਹ ਸਾਰੇ ਇਕੱਠੇ ਬਹਿ ਕੇ ਖਾਣਾ ਖਾਂਦੇ, ਉਹਨਾਂ ਨੂੰ ਪਤਾ ਕੀ ਪਿਆ ਇਹਨਾਂ ਗੱਲਾਂ 'ਚ, ਕਿਉਂਕਿ ਉਹ ਇੱਕ ਭਾਅ 'ਚ ਹੁੰਦੇ ਆ। ਉਹਨਾਂ ਨੂੰ ਸਾਰਿਆਂ 'ਚੋਂ ਹੀ ਉਹੀ ਦਿੰਦਾ। ਉਹ ਅੱਖਾਂ ਰਾਹੀਂ ਡੂੰਘਾਈ ਦੇਖਦੇ ਆ, ਉਹਨਾਂ ਨੂੰ ਤਾਂ ਦਿਸਦਾ ਹੀ ਮਾਲਕ ਆ ਸੱਜਣ ਦੀ ਅੱਖ 'ਚ, ਹਰ ਇੱਕ ਦੋਸਤ ਦੀ ਅੱਖ 'ਚ। ਪਤਾ ਆਪਾਂ ਹੀ ਕੀਤਾ, ਕਦੇ ਨਹੀਂ ਮੰਨੀਆਂ ਇਹ ਗੱਲਾਂ ਜਾਤਰੀਆਂ ਪਾਤਰੀਆਂ ਵਾਲੀਆਂ ਜਾਂ ਕੋਈ ਹੋਰ। ਅਤੇ ਗਾਹਾਂ ਜਦੋਂ ਬਾਣੀ ਪੜ੍ਹੀ ਤੇ ਇਹ ਤੋਂ ਪਤਾ ਲੱਗ ਗਿਆ ਕਿ ਜਾਤ ਕਾ ਗਰਭ ਨਾ ਕਰੋ ਮੂਰਖ ਗਵਾਰਾ, ਕਿ ਮੂਰਖ ਬਣਦਾ ਕਰਤੇ ਦੇ ਰੂਪ ਆ ਸਾਰੇ, ਸਾਰਾ ਕੁਛ ਬਹੁਤ ਵਧੀਆ। ਇਹ ਭਾਦੋਂ ਇਹ ਭਰਮ ਭੁਲਾਣੀਆਂ, ਦੂਜਾ ਲੱਗਾ ਇਹ, ਅਤੇ ਜਿਹੜਾ ਭਾਅ ਨਾ ਤੁਹਾਡੇ ਅੰਦਰ ਇੱਕ, ਉਹ ਦਿੱਤਾ ਤੁਹਾਨੂੰ ਮਾਲਕ ਨੇ। ਇਹਨੂੰ ਅਸੀਂ ਕਾਇਮ ਨਹੀਂ ਰੱਖ ਸਕਦੇ, ਜਿਹਦਾ ਕਰਕੇ ਜਦੋਂ ਦੂਜਾ ਭਾਵ ਸ਼ੁਰੂ ਹੋ ਜਾਂਦਾ ਹੈ ਇੱਕ ਹੀ ਸਾਰਾ ਸੰਸਾਰ, ਇੱਕ ਭਰਮ ਜਾਲ ਖੜਾ ਹੋ ਜਾਂਦਾ ਕਿ ਆਹ ਹੁੰਦਾ, ਆਹ ਹੁੰਦਾ ਨਹੀਂ।
ਆਹ ਕਰਨਾ ਨਹੀਂ ਕਰਨਾ, ਇਹੋ ਜਿਹੀਆਂ ਬੜੀਆਂ ਗੱਲਾਂ ਤੁਹਾਡੇ ਡਾਊਨਲੋਡ ਕਰਨ ਵਾਲਾ ਬਥੇਰਾ ਫ੍ਰੀ 'ਚ ਫਿਰਦਾ ਸਮਾਜ। ਮੌਕਾ ਭਾਲਦੇ ਆ, ਫਿਰ ਸਿੱਟੀ ਤੁਰੇ ਜਾਂਦੇ ਆ, ਅਤੇ ਬਥੇਰੀਆਂ ਤੁਹਾਨੂੰ ਝੇਪਾਂ, ਬਥੇਰੇ ਸਕੇ ਸਕੇਲਿਆਂ ਦਾ ਇਹਦਾ ਉਹਦਾ ਚੱਕਰ, ਫਿਰ ਸੁਣਨੀ ਵੀ ਪੈਂਦੀ ਆ, ਮੰਨਣੀ ਵੀ ਪੈਂਦੀ ਆ, ਬੜਾ ਕੁਛ ਹੈ। ਉੱਥੋਂ ਦੂਜਾ ਭਾਉ ਸ਼ੁਰੂ ਕਰ ਦਿੰਦੇ ਆ। ਉਹ ਸਾਰਿਆਂ ਦੀ ਇੱਕੋ ਹੀ ਮੱਤ ਹੁੰਦੀ ਆ ਵੀ ਇਹ ਖੁਸ਼ ਕਿਉਂ ਆ। ਹੁਣ ਕਈ ਵਾਰ ਦੇਖੀਦਾ, ਬੇਨਤੀ ਵੀ ਕਰੀਦੀ ਆ ਮਹਾਰਾਜ ਨੂੰ, ਮਹਾਰਾਜ ਤੇਰੀ ਕਿਰਪਾ ਸਦਕਾ ਕਦੇ ਹੀ ਕਿਸੇ ਨੂੰ ਕੁਛ ਨਹੀਂ ਕਿਹਾ। ਕੋਸ਼ਿਸ਼ ਕਰੀਦੀ ਆ ਟਾਲਾ ਵੱਟੀ ਦਾ, ਹਰ ਗੱਲ ਤੋਂ ਵਧੀਆ ਰਹਿਣ ਦੀ ਕੋਸ਼ਿਸ਼ ਕਰੀਦੀ ਆ, ਵੀ ਫਿਰ ਵੀ ਇੰਨਾ ਵਿਰੋਧ ਜਿਹਾ ਕਿਉਂ ਹੈ। ਕਈ ਤਾਂ ਯੂਨੀਅਨ ਬਣਾ ਕੇ ਇਕੱਠੇ ਹੋ ਕੇ ਆ ਜਾਂਦੇ ਆ, ਅਤੇ ਜਦੋਂ ਪਤਾ ਕੀਤਾ ਉਹ ਕਹਿੰਦੇ ਵੀ ਆ ਖੁਸ਼ ਕਿਉਂ ਰਹਿੰਦੇ ਹੋ ਯਾਰ, ਮਾੜਾ ਜਿਹਾ ਮੂੰਹ ਉਵੇਂ ਜੇ ਕਰ ਲਿਆ ਕਰੋ ਜਿਵੇਂ ਲੋਕ ਦੁਖੀ ਆ। ਜਦੋਂ ਉਹਨਾਂ ਦੇ ਕੋਲ ਦੀ ਲੰਘਦੇ ਹੋ, ਮਾੜਾ ਜਿਹਾ ਮੂੰਹ ਪਾਸੇ ਕਰ ਲਓ ਜਾਂ ਨੀਵੀਂ ਪਾ ਲਓ। ਇਹ ਖੁਸ਼ੀਆਂ ਨਹੀਂ ਜਰੀਆਂ ਜਾਂਦੀਆਂ। ਉਹਨਾਂ ਦੇ ਯਾਰ ਸੱਟ ਵੱਜਦੀ ਆ, ਅਸੀਂ ਐਡੀਆਂ ਐਡੀਆਂ ਜਾਇਦਾਦਾਂ ਦੇ ਮਾਲਕ, ਸਾਡੇ ਤਿਉੜੀਆਂ ਨਹੀਂ ਨਿਕਲਦੀਆਂ। ਇਹ ਸਾਰੇ ਮਲੰਗ ਬੰਦੇ ਸਾਰਾ ਦਿਨ ਹੀ ਹੱਸਦੇ ਰਹਿੰਦੇ ਆ। ਇਹ ਭਾਉ ਆ ਜਿਹੜਾ ਉੱਠਦਾ ਜਦੋਂ ਤੁਹਾਡੇ 'ਤੇ ਆ ਜਾਂਦਾ, ਦੁੱਖ ਦਿੰਦਾ। ਹੁਣ ਉਹਨਾਂ ਨੂੰ ਕਿਵੇਂ ਦੱਸੀਏ ਕਿ ਜਦੋਂ ਗੁਰਬਾਣੀ ਪੜ੍ਹੀ, ਸੁਣੀ, ਸੇਵਾ ਕੀਤੀ, ਸਾਧਨਾ ਕੀਤੀ, ਮਾਂ ਨੇ ਕਿਰਪਾ ਕੀਤੀ, ਉਹ ਭਾਉ ਸਾਡੇ ਸਮਝ ਆ ਗਿਆ ਕਿ ਜਿਹੜਾ ਇੱਕ ਭਾਉ ਆ ਉਹਨੂੰ ਚਲਾਈ ਰੱਖੋ। ਜਿਹੜਾ ਇੱਕ ਭਾਉ ਆ ਉਹ ਸਾਧਕ, ਉਹ ਸਹਿਜ ਬਖਸ਼ਿਸ਼ ਕਰਦਾ ਹੈ, ਸਕੂਨ ਬਖਸ਼ਿਸ਼ ਕਰਦਾ ਹੈ, ਚੜ੍ਹਦੀ ਕਲਾ ਬਖਸ਼ਿਸ਼ ਕਰਦਾ। ਕੋਲੇ ਕੱਖ ਨਹੀਂ, ਤੁਹਾਡੇ ਕੋਲੇ ਕੁਛ ਹੋਵੇ ਨਾ ਹੋਵੇ, ਕੋਈ ਬਾਹਰੀ ਤੌਰ 'ਤੇ ਕੁਛ ਹੈ ਨਹੀਂ ਹੈ, ਇਹ ਗੱਲਾਂ ਮੈਨੇ ਨਹੀਂ ਰੱਖਦੀਆਂ। ਜਿਹੜਾ ਇੱਕ ਭਾਉ 'ਚ ਰਹਿੰਦਾ ਉਹ ਮਸਤ ਰਹੂ, ਚੜ੍ਹਦੀ ਕਲਾ 'ਚ ਰਹੂ। ਬੜਿਆਂ ਨੂੰ ਜਾਣਦੇ ਆ ਇਹੋ ਜਿਹੇ ਸਾਧੂਆਂ ਨੂੰ ਜਿਹੜੇ ਬੈਠਿਆ ਟਿੱਬਿਆਂ 'ਚ ਆ ਕੇ, ਨਹੀਂ ਲਿਹਾਜ਼ ਕਿਸੇ ਨਾਲ, ਨਹੀਂ ਕਿਸੇ ਨਾਲ ਗੱਲਬਾਤ, ਕੁਛ ਨਹੀਂ, ਸਿਰਫ ਆਪਣੇ ਭਾਉ 'ਚ ਰਹਿਣਾ। ਜਿਹਦਾ ਨਾਂ ਲੈ ਕੇ ਜਿੱਧਰ ਨੂੰ ਮੈਸੇਜ ਕਰਦੇ ਆ, ਕੋਈ ਸੱਚੇ ਨਾਨਕ ਨਾਮ ਦਾ ਨਾਂ ਲੈਂਦਾ, ਕੋਈ ਕ੍ਰਿਸ਼ਨ ਭਗਵਾਨ ਦਾ ਨਾਂ ਲੈਂਦਾ, ਕੋਈ ਸ਼੍ਰੀ ਰਾਮ ਦਾ ਨਾਂ ਲੈਂਦਾ, ਕੋਈ ਅੱਲਾਹੂ ਅਕਬਰ ਕਹਿੰਦਾ, ਕੋਈ ਜੈ ਸਾਈਂ ਕਹਿੰਦਾ। ਪਰ ਜਿਹੜਾ ਇੱਕ ਭਾਉ 'ਚ ਆ, ਜਿੱਧਰ ਨੂੰ ਮੈਸੇਜ ਕਰਦਾ ਉੱਧਰੋਂ ਹੀ ਚੱਕਰੀ ਘੁੰਮਦੀ ਆ। ਉੱਥੋਂ ਦੀਆਂ ਸੰਗਤਾਂ ਆਪੇ ਹੀ ਲੰਗਰ ਪਾਣੀ ਪਹੁੰਚੀ ਜਾਂਦੇ ਆ, ਆਪੇ ਹੀ ਸਾਰੇ ਬਣਾਉਣ ਵਾਲੇ ਆਈ ਜਾਂਦੇ ਆ, ਆਪੇ ਹੀ ਵਰਤਾਉਣ ਵਾਲੇ ਆਈ ਜਾਂਦੇ ਆ। ਸਾਰੇ ਥਾਵਾਂ 'ਤੇ ਰੌਣਕਾਂ। ਕੁਛ ਬੰਦਿਆਂ ਨੂੰ ਭੁਲੇਖਾ ਹੁੰਦਾ ਕਿ ਸਾਡੇ ਹੀ ਬਣਦਾ। ਬੜੇ ਕੁਛ ਹੈ ਇੱਥੇ ਦੁਨੀਆ 'ਤੇ, ਭੰਡਾਰੇ ਭਰੇ ਪਏ ਆ। ਕਈ ਤਾਂ ਇਹੋ ਜਿਹੇ ਸਥਾਨ ਦੇਖੇ ਜਿਨ੍ਹਾਂ ਦਾ ਕਦੇ ਨਾਂ ਨਹੀਂ ਸੁਣਿਆ, ਪਰ ਕੜਾਹਿਆਂ 'ਚ ਸਿੱਧੇ ਆ ਕੇ ਟਰੱਕ ਹੀ ਲੈਂਦੇ ਆ ਘਿਓ ਦੇ। ਇੰਨੇ ਇੰਨੇ ਪਦਾਰਥ ਬਣਦੇ ਆ। ਆਪਣੇ ਦੇਸ਼ 'ਚ ਹੀ ਇਹੋ ਜਿਹੇ ਮੰਦਰ, ਇਹੋ ਜਿਹੇ ਗੁਰੂ ਘਰ, ਇਹੋ ਜਿਹੇ ਸਥਾਨ, ਇਹੋ ਜਿਹੀਆਂ ਮਜ਼ਾਰਾਂ, ਬਹੁਤ ਕੁਛ ਹੈ। ਇਹਨੂੰ ਕਰਤੇ ਦਾ ਰੂਪ ਮੰਨ ਕੇ ਨਾ ਜਦੋਂ ਇੱਕ ਭਾਅ 'ਚ ਰਹਿ ਕੇ ਦੇਖੋਗੇ, ਗੇੜੇ ਦਿਓਗੇ, ਨਜ਼ਾਰਾ ਹੀ ਹੋਰ ਆ। ਭਾ ਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਮਹਾਰਾਜ ਕਹਿੰਦੇ ਜਿੱਦਾਂ ਹੀ ਦੂਜਾ ਭਾਉ ਸ਼ੁਰੂ ਹੋ ਗਿਆ, ਅਸਲੀਅਤ ਨੂੰ ਛੱਡ ਕੇ ਭਰਮ ਜਾਲ ਖੜਾ ਕਰ ਲਿਆ ਤੇ ਦੂਜਾ ਹੇਤ ਬਣ ਗਿਆ। ਜਿਹੜਾ ਭਰਮ ਨਾਲ ਖੜੀ ਕੀਤੀ ਚੀਜ਼ ਹੈ, ਜਿਵੇਂ ਇੱਕ ਬੰਦਾ ਵਧੀਆ ਜਿਉਂ ਜਾਂਦਾ, ਵਧੀਆ ਘਰੇ ਰਹਿੰਦਾ ਸੀ, ਉਹ ਕਿਸੇ ਦੇ ਆਖੇ ਲੱਗ ਕੇ ਕਿਸੇ ਚੱਕਰ 'ਚ ਪੈ ਗਿਆ ਵੀ ਆਹ ਚੀਜ਼ ਮੰਨੀ ਦੀ ਹੁੰਦੀ ਆ, ਐਂ ਹੁੰਦੀ ਆ, ਐਂ ਹੁੰਦੀ ਆ। ਇੱਕ ਭਰਮ ਦੀ ਮੂਰਤ ਖੜੀ ਕਰਤੀ, ਆਪ ਹੀ ਉਹਨੇ ਬੰਧਨ ਖੜੇ ਕਰ ਲਏ ਕਿ ਅੱਜ ਤੋਂ ਮੈਂ ਆਹ ਕਰਦਾ ਨਹੀਂ, ਮੈਂ ਆਏ ਰਹੂੰ, ਮੈਂ ਆਏ ਰਹੂੰ। ਇੱਕ ਨਵਾਂ ਪੰਗਾ ਖੜਾ ਕਰ ਲਿਆ। ਫਿਰ ਉਹਨੂੰ ਡਰਦਾ ਛੱਡ ਵੀ ਨਹੀਂ ਸਕਦਾ ਵੀ ਮੈਂ ਕਿਹਾ ਸੀ ਜੇ ਮੈਂ ਅੱਜ ਛੱਡਦਾ ਤਾਂ ਮੇਰਾ ਨੁਕਸਾਨ ਨਾ ਹੋ ਜੇ, ਮੈਨੂੰ ਆ ਨਾ ਹੋ ਜੇ। ਉਹ ਇਹੋ ਜਿਹਾ ਦੂਜੇ ਭਰਮ 'ਚ ਪੈਂਦਾ, ਉਲਝਦਾ ਹੀ ਤੁਰਿਆ ਜਾਂਦਾ। ਮਹਾਰਾਜ ਕਹਿੰਦੇ ਨਾ ਉਹ ਮਿੱਤਰਾ, ਭਾ ਦੋਏ ਭਰਮ ਭੁਲਾਣੀਆਂ, ਦੂਜਾ ਲੱਗਾ ਹੇਤ। ਜਿੱਦਾਂ ਹੀ ਦੂਜਾ ਭਾਉ ਸ਼ੁਰੂ ਕਰੇਗਾ, ਇੱਕ ਭਾਉ ਨੂੰ ਛੱਡ ਦੇਗਾ। ਜਿਹੜਾ ਇੱਕ ਓਅੰਕਾਰ ਦੀ ਸੱਤਾ ਤੇਰੇ ਅੰਦਰ ਬਹਿ ਰਹੀ ਆ, ਤੂੰ ਜਿਉਂਦਾ ਫਿਰਦਾ ਨਾ, ਤੂੰ ਵਧੀਆ ਹੈ। ਜੇ ਬਹੁਤਾ ਮਾੜਾ ਹੋਇਆ ਨਾ, ਜਿੱਦੇ ਤੂੰ, ਤੇਰਾ ਆਹ ਪਵਨ ਗੁਰੂ ਤੇਰਾ ਖੜਾ ਛੱਡ ਕੇ ਤੁਰ ਜੂ। ਜੇ ਇਹਨੂੰ ਪਸੰਦ ਆ ਨਾ, ਤੂੰ ਇਹ ਹਲੇ ਵਗ ਰਿਹਾ, ਸਮਝ ਲੈ ਤੂੰ ਗੁਰੂ ਨੂੰ ਪ੍ਰਵਾਨ ਹੈ। ਤੂੰ ਨਾ ਸੁਣ ਲੋਕਾਂ ਦੀਆਂ ਗੱਲਾਂ, ਬਾਹਰੋਂ ਨਜ਼ਰ ਅੰਦਰ ਨੂੰ ਮੋੜ, ਬਹਿ ਜਾ ਜਿੱਥੇ ਬੈਠੀ ਦਾ। ਜਿਹੇ ਜਿਹਾ ਹੈਗਾ ਕੋਈ ਗੱਲ ਨਹੀਂ, ਜਿੱਥੇ ਹੈਗਾ ਜਿਵੇਂ ਹੈਗਾ ਉੱਥੋਂ ਹੀ ਸ਼ੁਰੂ ਕਰ ਲਾ। ਕਰ ਨੇਤਰ ਬੰਦ, ਚੱਲ ਮਿੱਤਰਾ ਅੰਦਰ ਨੂੰ, ਬੈਠਾ ਅੰਦਰ ਸਭ ਕੁਛ ਘਰ ਮੈਂ, ਬਾਹਰ ਨਾਹੀਂ ਬਾਹਰ ਟੋਲੈ, ਸੋ ਭਰਮ ਭੁਲਾਹੀ। ਕਰ ਚੇਤੇ ਸੱਚੇ ਨਾਨਕ ਨਾਮ ਨੂੰ ਕਿ ਗੁਰੂ ਨਾਨਕ ਤੁਸੀਂ ਕਿਹਾ ਅੰਦਰ ਹੈ ਅਤੇ ਮੈਨੂੰ ਦਿਖਾਓ ਕੁਛ ਅੰਦਰ। ਸ਼ੁਰੂ ਵਾਲੇ ਦਿਨਾਂ 'ਚ ਕੁਛ ਹਨੇਰਾ ਜਿਹਾ ਦਿਸਣਾ, ਕੋਈ ਗੱਲ ਨਹੀਂ। ਫਿਰ ਹੌਲੀ ਹੌਲੀ ਪ੍ਰਕਾਸ਼ ਨੇ ਗੇੜਾ ਮਾਰਨਾ ਸ਼ੁਰੂ ਕਰ ਦੇਣਾ, ਤੈਨੂੰ ਅੰਦਰੋਂ ਗੱਲ ਬਣਨੀ ਸ਼ੁਰੂ ਹੋ ਜਾਣੀ ਹੈ।
ਜਿਹੜਾ ਇੱਕ ਭਾਉ, ਪਹਿਲਾ ਭਾਉ ਏਕ ਓਂਕਾਰ ਦੀ ਸੱਤਾ ਬਚਪਨ 'ਚ ਮਾਤਾ ਦੇ ਪੇਟ 'ਚ ਤੇਰੇ ਨਾਲ ਸੀ, ਜਿਹਨੇ ਉੱਥੇ ਤੇਰੀ ਐਡੀ ਅਗਨ ਦੇ ਵਿੱਚ ਰੱਖਿਆ ਕੀਤੀ, ਨੇਰਗਵਾਰ ਕੋਠੜੀ 'ਚ ਰੱਖਿਆ ਕੀਤੀ, ਉਹ ਤੇਰੀ ਇੱਥੇ ਐਸ ਮਾਇਆ ਤੋਂ ਵੀ ਰੱਖਿਆ ਕਰੂਗਾ। ਇਹੋ ਜਿਹੇ ਅਨੇਕਾਂ ਸ਼ਬਦ ਆ ਗੁਰੂ ਗ੍ਰੰਥ ਸਾਹਿਬ 'ਚ। ਤੂੰ ਉਸ ਭਾਉ 'ਚ ਆ ਜਾ, ਇੱਕ 'ਚ ਕਰ ਚੇਤੇ ਬਚਪਨ ਨੂੰ। ਬਿਨਾਂ ਗੱਲ ਤੋਂ ਉੱਡਿਆ ਫਿਰਦਾ ਸੀ, ਕਿੰਨੇ ਚਾਅ ਚੜ੍ਹਦੇ ਸੀ। ਐਵੇਂ ਯਾਰ ਨਿੱਕੀ ਨਿੱਕੀ ਗੱਲ ਇੱਕ ਦੂਜੇ ਤੋਂ ਖੋਹ ਕੇ ਖਾ ਕੇ 2 ਮੂੰਗਫਲੀ ਦੇ ਰੋਡੇ ਖੁਸ਼ ਰਹਿਣਾ, ਆਥਣ ਤੱਕ ਨਾ ਕੁਛ ਖਾਣਾ, ਤੇ ਆ ਕੇ ਕਹਿਣਾ ਬੜਾ ਨਜ਼ਾਰਾ ਆਇਆ, ਬੜੇ ਆਨੰਦ ਆਏ। ਕਾਹਦੇ ਆਨੰਦ ਸੀ ਉਹ ਇੱਕ ਭਾਉ ਦੇ ਆਨੰਦ ਸੀ। ਇੱਕ ਭਾਉ ਚੱਲ ਰਿਹਾ, ਲੰਬੇ ਸਾਹ ਚੱਲ ਰਹੇ ਆ, ਉਹੋ ਜਿਹੀ ਮਨਪਸੰਦ ਦੋਸਤਾਂ ਨਾਲ, ਕੋਈ ਫਿਕਰ ਨਹੀਂ ਕੀ ਖਾਧਾ ਕੀ ਪੀਤਾ, ਟੁੱਟੀਆਂ ਜਾਂ ਚੱਪਲਾਂ ਧੁੱਪੇ ਫਿਰਦੇ ਆ, ਸਿਰ 'ਤੇ ਧੁੱਪ ਪੈ ਰਹੀ ਆ, ਮੁੜ ਕੇ ਨਾ ਬੁਰਾ ਹਾਲ ਹੈ। ਜੇ ਚੌਥਾ ਜਾਣਾ ਕੋਈ ਆ ਕੇ ਪੁੱਛਦਾ ਵੀ ਇੱਥੇ ਕੀ ਕਰਦੇ ਹੋ, ਕੂਹਣੀਆਂ ਮਾਰ ਮਾਰੀ ਹੱਸੀ ਜਾਂਦੇ ਆ ਇੱਕ ਦੂਜੇ ਕੰਨੀ, ਉੱਚੀ ਉੱਚੀ ਹੱਸ ਲੈਣਾ। ਇਹ ਵਾਪਰਦਾ ਸਭ ਨਾ, ਪਰ ਹੁਣ ਪਤਾ ਲੱਗਦਾ ਜਦੋਂ ਉਹ ਇੱਕ ਭਾਉ ਦੁਬਾਰੇ ਮਿਲਿਆ, ਉਦੋਂ ਪਤਾ ਲੱਗਿਆ ਕਿ ਉਹ ਉਦੋਂ ਬਿਨ ਕਹੇ ਹੀ ਡਾਊਨਲੋਡ ਆਇਆ ਸੀ। ਜਿਵੇਂ ਅੱਜ ਅਸੀਂ ਭਾਰਤ ਦੇ ਲੋਕ ਆ ਜਿਹੜੇ, ਜੇ ਸਾਨੂੰ ਕੋਈ ਭਰਮ ਖੜਾ ਕਰਦੇ ਇਸ ਗੱਲ ਦਾ ਕਿ ਮਿੱਤਰਾ ਤੂੰ ਦੇਖ ਕੈਨੇਡਾ 'ਚ ਜਾਣ ਖਾਤਰ 25-30 ਲੱਖ ਰੁਪਈਆ ਲੱਗਦਾ, ਫਿਰ ਉੱਥੇ ਇੰਨੇ ਕੰਮ ਕਰਨੇ ਪੈਂਦੇ ਆ, ਵਿਆਹ ਕਰਨਾ ਪੈਂਦਾ, ਫਿਰ ਕਿਤੇ ਜਾ ਕੇ ਉੱਥੇ PR ਮਿਲਦੀ ਹੈ। PR ਛੋਟੀ ਚੀਜ਼ ਨਹੀਂ ਹੁੰਦੀ। ਤੇ ਸੁਣਦਾ ਵੀ ਰਹਿੰਦਾ ਸਮਾਜ 'ਚ ਵੀ ਹਾਂ ਯਾਰ PR ਬਹੁਤ ਵੱਡੀ ਗੱਲ ਆ। ਪਰ ਜੇ ਉਹਨੂੰ ਕੋਈ ਇਹ ਭਰਮ ਪਾ ਦੇ ਤੇ ਤੂੰ ਯਾਰ PR ਹੀ ਨਹੀਂ ਹੈਗਾ ਭਾਰਤ 'ਚ, ਤੇਰਾ ਕੀ ਬਣੂ? ਉਹਨੂੰ ਤਾਂ ਪਤਾ ਨਾ ਸੰਸਾ ਲਾਤਾ ਸੰਸਾ ਵਿਚਾਰਾ, ਜੇ ਨਹੀਂ ਜਾਣਕਾਰ ਤਾਂ ਪਤਾ ਨਹੀਂ ਉਹਨੂੰ ਕੀ ਕੀ ਗੱਲਾਂ ਆਉਣਗੀਆਂ। ਤੇ ਵੀ ਜਿਹੜਾ ਬੰਦਾ PR ਨਹੀਂ, ਤੂੰ ਦੇਖਾ ਫਲਾਨਾ PR ਨਹੀਂ ਸੀ, ਪੁਲਿਸ ਨੇ ਚੱਕ ਲਿਆ ਕੈਨੇਡਾ 'ਚ, ਫਲਾਨਾ PR ਨਹੀਂ ਸੀ, ਫਲਾਨੇ ਦੇਸ਼ 'ਚ ਚੱਕ ਕੇ ਜੇਲ੍ਹ 'ਚ ਸਿੱਟਤਾ। ਬਾਹਰ ਦੀਆਂ ਖਬਰਾਂ ਦੱਸ ਕੇ ਉਹਨੂੰ ਇੱਥੇ ਡਰਾਈ ਜਾਂਦਾ ਵੀ ਤੂੰ ਵੀ PR ਨਹੀਂ। ਉਹਨੇ ਕਿਤੇ PR ਦਾ ਨਾਂ ਹੀ ਨਹੀਂ ਸੀ ਸੁਣਿਆ। ਹੁਣ ਜੇ ਤਾਂ ਉਹਨੂੰ ਕੋਈ ਜਾਗਰਤ ਪੁਰਸ਼ ਟੱਕਰ ਗਿਆ, ਉਹਨੂੰ ਕੋਈ ਜਾਣਕਾਰ ਟੱਕਰਿਆ ਕਾਨੂੰਨ ਦਾ, ਉਹ ਵੀ ਭੋਲਿਆ ਪੁਰਸ਼ਾ, ਤੂੰ ਇਸ ਦੇਸ਼ 'ਚ ਜੰਮਿਆ, ਇੱਥੇ ਤਾਂ ਤੂੰ ਜੰਮਦੇ ਹੀ PR ਹੈ, ਤੈਨੂੰ ਤਾਂ ਨਹੀਂ ਕਦਰ PR ਦੀ, ਤੈਨੂੰ ਤਾਂ ਨਹੀਂ ਪਤਾ। ਜਿਹੜੇ ਅਫਗਾਨਿਸਤਾਨ ਤੋਂ ਆਪਣੇ ਦੇਸ਼ 'ਚ ਆ ਕੇ ਫਿਰਦੇ ਆ ਨਾ, ਦਿੱਲੀ ਰਹਿੰਦੇ ਆ ਵਿਚਾਰੇ, ਕੁਛ ਕਈ ਦੇਸ਼ਾਂ ਤੋਂ, ਕੋਈ ਹਿੰਦੂ ਵੀ ਹੈ, ਸਿੱਖ ਵੀ ਹੈ, ਮੁਸਲਿਮ ਵੀ ਹੈ, ਜਿਨ੍ਹਾਂ ਕੋਲੇ ਭਾਰਤ ਦੀ PR ਹੈ ਨਹੀਂ, ਉਹਨਾਂ ਨੂੰ ਪੁੱਛ ਕੇ ਦੇਖੋ ਕਿਵੇਂ ਤਰਲੇ ਕਰਦੇ ਵੀ PR ਮਿਲ ਜੇ। ਆਪਾਂ ਨੂੰ ਜਨਮ ਦੇ ਨਾਲ ਹੀ ਮਿਲੀ ਹੋਣ ਕਰਕੇ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਿ ਅਸੀਂ ਇੱਥੋਂ ਦੇ PR ਆ ਭਾਰਤ ਦੇ। ਅਤੇ ਇਹ ਭਾਦੋਂ ਭਰਮ ਵਾਲਾ ਕੰਮ ਖੜਾ ਧਰਮ ਵਾਲੇ ਖੇਤਰ 'ਚ ਵੀ ਲੋਕ ਕਰਦੇ ਆ। ਸਾਡੇ ਕੋਲੇ ਸਭ ਕੁਛ ਹੈ, ਜੋ ਕੁਛ ਪਾਇਆ ਸੋ ਏਕਾ ਬਾਹਰ, ਸਾਨੂੰ ਸਾਰਾ ਕੁਛ ਦੇ ਕੇ ਤੋਰਿਆ ਵਾ। ਅਤੇ ਕੁਛ ਲੋਕ ਸਾਨੂੰ ਇੰਨੇ ਬੌਣੇ ਬਣਾ ਦਿੰਦੇ ਆ, ਤੇਰੇ ਕੋਲੇ ਆਹ ਵੀ ਨਹੀਂ, ਤੇਰੇ ਕੋਲੇ ਆਹ ਵੀ ਨਹੀਂ, ਤੂੰ ਆਏ ਆ, ਤੂੰ ਆਏ ਆ, ਤੂੰ ਨਰਕਾਂ ਦਾ ਕੀੜਾ ਹੈ। ਉਹ ਬੰਦਾ ਸੱਚੀ ਉਵੇਂ ਹੋ ਜਾਂਦਾ, ਦੂਜੇ ਭਾਉ 'ਚ ਆ ਜਾਂਦਾ। ਇਹ ਤਾਂ ਫਿਰ ਜਿੱਦੇ ਕਿਤੇ ਕੋਈ ਜਾਗਿਆ ਹੋਇਆ ਟੱਕਰਦਾ, ਮਾਰਦਾ ਪ੍ਰੈਸ਼ਰ ਪਾਣੀ ਦਾ, ਜੋ ਕੂੜਾ ਕਰਕਟ ਲੱਗਿਆ ਪਿਆ ਹੁੰਦਾ ਸਭ ਪੱਟ ਕੇ ਲਾਹ ਹੁੰਦਾ ਸਰੀਰ ਤੋਂ। ਐ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਦੋਂ ਪਾਉਂਦਾ ਨਾ ਅੱਖ 'ਚ ਸੁਰਮਾ ਗਿਆਨ ਦਾ, ਇਹ ਅਗਿਆਨ ਵਾਲੀਆਂ ਗੱਲਾਂ ਉੱਡ ਜਾਂਦੀਆਂ ਕਿਸੇ ਪਾਸੇ। ਇੱਕ ਭਾਉ ਵਾਲਾ ਮਹਾਰਾਜ ਜੀ ਕਹਿੰਦੇ ਜਿਹੜਾ ਹੈਗਾ ਸੁਖੀ ਹੈ, ਚੜ੍ਹਦੀ ਕਲਾ 'ਚ, ਸਹਿਜ ਹੈ, ਸੰਤੋਖ 'ਚ ਹੈ, ਜਿੱਥੇ ਵੀ ਹੈ। ਫਿਰ ਉਹ ਕਹਿੰਦਾ ਜੱਜ ਕੇ ਸਾਨੂੰ ਰੱਬ ਨੇ ਬਣਾਇਆ ਮਹਾਰਾਜ ਜੀ, ਸਾਡੀ ਰੀਸ ਕੌਣ ਕਰ ਲੂ। ਇਹ ਗੱਲਾਂ ਉਦੋਂ ਕਹਿੰਦਾ ਮਨੁੱਖ ਦਾ ਹਿਰਦਾ, ਮਨੁੱਖ ਦਾ ਦਿਲ, ਜਦੋਂ ਉਹ ਇੱਕ ਭਾਉ 'ਚ ਆ ਜਾਂਦਾ, ਜਦੋਂ ਉਹਨੂੰ ਪਤਾ ਲੱਗਦਾ ਮੈਂ ਸੱਚੀ ਮਹਾਰਾਜਾ, ਜਿਵੇਂ ਕਾਲ ਪੁਰਖ ਦੀ ਅੰਸ਼ ਆ, ਮੇਰਾ ਪਿਤਾ ਕਾਲ ਪੁਰਖ ਆ ਜਿਹਦਾ ਸਾਰਾ ਸੰਸਾਰ ਆ, ਅਤੇ ਸੱਚੀ ਇਹ ਗੱਲ ਸੱਚ ਹੈ। ਫਿਰ ਇਹ ਭਾਵ ਬਣਾ ਕੇ ਰੱਖੋ, ਤੁਹਾਨੂੰ ਪਤਾ ਲੱਗੂ ਵੀ ਹਾਂ ਸਹੀ ਆ। ਦੂਜੇ ਭਾਉ 'ਚ ਪੈ ਕੇ ਮਹਾਰਾਜ ਕਹਿੰਦੇ ਬਹੁਤ ਭਟਕਣਾ ਅਤੇ ਬੜੇ ਭਰਮ ਹੈ, ਅਤੇ ਭਰਮ 'ਚ ਪਏ ਮੈਨੂੰ ਭਰਮ 'ਚ ਪਾਉਣ ਵਾਲੇ ਬਥੇਰੇ ਟੱਕਰਦੇ ਆ। ਫਿਰ ਜਦੋਂ ਦੂਜੇ ਭਾਉ 'ਚ ਪੈ ਜਾਂਦਾ ਹੈ, ਫਿਰ ਬੜੇ ਉਪਾਅ ਕਰਦਾ, ਬੜਾ ਕੁਛ ਕਰਦਾ। ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਕਿੰਨੇ ਹੀ ਸ਼ਿੰਗਾਰ ਬਣਾਈ ਜਾਵੇ, ਕਿੰਨੇ ਕੁਛ ਕਰੀ ਜਾਵੇ, ਜਿਹੜਾ ਉਹ ਇੱਕ ਭਾਉ ਵਾਲਾ ਕਾਰਜ ਸੀ ਨਾ, ਉਹ ਨਹੀਂ ਬਣਦਾ। ਇਹ ਸ਼ਿੰਗਾਰ ਕੀਤੇ ਕਿਸੇ ਕੰਮ ਨਹੀਂ ਆਉਂਦੇ। ਉਹ ਆਤਮ ਰਸ, ਉਹ ਸਹਿਜ ਰਸ, ਉਹ ਇੱਕ ਭਾਉ ਵਾਲਾ ਆਨੰਦ, ਇਹਨਾਂ ਸ਼ਿੰਗਾਰਾਂ 'ਚੋਂ, ਇਹਨਾਂ ਪਿਆਰਾਂ 'ਚੋਂ, ਇਹਨਾਂ ਦਿਲਦਾਰਾਂ 'ਚੋਂ ਨਹੀਂ ਥਿਆਉਂਦਾ, ਕੁਛ ਵੀ ਨਹੀਂ ਬਣਦਾ ਬਈ। ਜਿੱਤ ਦਿਨ ਦੇਹ ਬਿਨ ਸਸੀ, ਤਿਤ ਬੇਲ ਕਹਿਸਣ ਪ੍ਰੇਤ। ਜਿਨ੍ਹਾਂ ਨੂੰ ਮੇਰਾ ਮੇਰਾ ਕਰਦਾ ਨਾ, ਆਹ ਮੇਰਾ, ਆਹ ਮੇਰਾ, ਆਹ ਮੇਰਾ, ਕਿਤੇ ਸਾਹ ਘੁੱਟ ਕੇ ਪੈ ਕੇ ਦੇਖ ਲਈ,
ਧੱਕੇ ਨਾਲ ਅੰਗੂਠੇ ਲਵਾਉਣਗੇ ਬਈਆਂ ਆਈਆਂ ਤੇ ਵੀ ਆਹ ਅੰਗੂਠਾ ਆਹ ਰਹਿ ਗਿਆ ਸੀ, ਆਹ ਰਹਿ ਗਿਆ ਸੀ, ਆਹ ਰਹਿ ਗਿਆ, ਇਹਦਾ ਮਤਲਬ ਕਰੋ। ਫਿਰ ਆਸੇ ਪਾਸੇ ਵਾਲੇ ਸਿਆਣੇ ਲੋਕ ਵੀ ਆ ਜਾਂਦੇ ਆ, ਭਾਈ ਇਹ ਐਂ ਹੁੰਦਾ, ਐਂ ਲਵਾ ਲਓ, ਐਂ ਲਿਖਤ ਲੁਖਤ ਕਰ ਲਓ ਅੰਦਰ ਖਾਤੇ ਭਾਈ, ਸਿਆਣੇ ਬੰਦੇ ਦਾ ਇਹੀ ਤਾਂ ਫਾਇਦਾ। ਅਤੇ ਫਿਰ ਕਹਿੰਦੇ ਕੀ ਆ, ਬਾਬਾ ਕਹਿੰਦਾ ਜਿੱਤ ਦਿਨ ਦੇਹ ਬਿਨ ਸਸੀ ਤਿੱਤ ਬੇਲਾ ਕਹਿ ਸਨ ਪ੍ਰੇਤ, ਕਹਿੰਦੇ ਪ੍ਰੇਤ ਆ ਇਹ। ਫਿਰ ਸਭ ਤੋਂ ਪਹਿਲਾਂ ਆਮ ਘਰਾਂ 'ਚ ਇਹ ਚੱਲਦਾ ਕਿ ਭਾਈ ਚੱਕੋ ਸਮਾਨ ਸਮੂਨ ਬਾਹਰ ਕੱਢੋ, ਪਾਣੀ ਦਾ ਸਿੱਟਾ ਦਿਓ, ਅਤੇ ਜੇ ਕੋਈ ਮਾੜਾ ਮੋਟਾ ਦੂਜੇ ਕੰਮਾਂ 'ਚ ਪਿਆ ਵਾ ਉਹ ਚੱਕ ਕੇ ਮੇਖਾਂ ਮੁੱਖਾਂ ਵੀ ਬਾਹਰ ਚਲਾਉਂਦਾ, ਵੀ ਬਾਹਰ ਚੱਲ ਬਾਈ ਹੁਣ ਅੱਜ ਤੋਂ ਤੂੰ ਪ੍ਰੇਤ ਆ, ਹੁਣ ਸਾਡਾ ਕੁਛ ਨਹੀਂ ਲੱਗਦਾ। ਫਿਰ ਬੁੜੀਆਂ ਹੀ ਡਰਾਈ ਜਾਂਦੀਆਂ ਵੀ ਚੀਜ਼ ਬਣ ਗਿਆ, ਹੁਣ ਕੀ ਬਗਾਨੀ ਚੀਜ਼ ਨੂੰ ਚੇਤੇ ਨਹੀਂ ਕਰੀਦਾ ਹੁੰਦਾ ਭਾਈ, ਉਹ ਹੁਣ ਗਿਆ, ਹੁਣ ਤੁਸੀਂ ਖੜਾ ਛੱਡੋ, ਹੁਣ ਤੁਸੀਂ ਆਪ ਦਾ ਕਰੋ ਕੁਛ। ਮਹਾਰਾਜ ਕਹਿੰਦੇ ਜਿੱਤ ਦਿਨ ਇਹ ਚੀਜ਼ ਹੋਊਗੀ ਨਾ, ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ, ਜਦੋਂ ਮਨੁੱਖ ਮਰ ਜਾਵੇਗਾ, ਉਸ ਵੇਲੇ ਸਾਰੇ ਸਾਕ ਅੰਗ ਆਖਣਗੇ ਕਿ ਹੁਣ ਗੁਜ਼ਰ ਗਿਆ ਹੈ, ਲੋਥ ਅਪਵਿੱਤਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ। ਆਪਾਂ ਦੇਣੇ ਨਾ, ਆਮ ਹੀ ਗੱਲ ਹੈ ਇਹ, ਕੋਈ ਨਹੀਂ, ਉਹ ਯਾਰ ਛੇਤੀ ਕਰੋ, ਫਲਾਨੀ ਭੂਆ ਆਉਣ ਵਾਲੀ ਆ, ਕੋਈ ਨਾ ਯਾਰ ਉੱਥੇ ਸਿੱਧੀ ਆ ਜੂ, ਚੱਕੋ ਛੇਤੀ ਘਰੋਂ ਚੱਕੋ, ਕੱਢ ਲਓ ਹੋ ਜਾਂਦੀ ਹੈ ਬਈ, ਸਾਰੇ ਹੀ ਲੱਗ ਜਾਂਦੇ ਆ। ਕੋਈ ਨਹੀਂ ਕਹਿੰਦਾ ਯਾਰ ਰੁਕ ਜਾਓ 10 ਮਿੰਟ, ਹੈ ਨਾ, ਇੱਥੇ ਹੀ ਰਿਹਾ 50 60 ਸਾਲ 70 80 ਸਾਲ, ਕੋਈ ਨਾ ਹੋਰ ਘੰਟਾ ਸਹੀ ਵਧੀਆ ਢੰਗ ਨਾਲ ਕੋਈ ਐ ਸਹਿਜ ਨਾਲ ਵਿਦਾ ਕਰ ਲਈਏ, ਹੈ ਨਾ। ਉਹ ਰੂਹ ਵੇਖਦੀ ਹੋਣੀ ਆ ਯਾਰ, ਮੈਂ ਜਿੰਨਾ ਖਾਤਰ ਸਾਰੀ ਉਮਰ ਹੀ ਆਹ ਕਰਦਾ ਰਿਹਾ, ਮੇਰੇ ਕਰਦਾ ਰਿਹਾ, ਉਹ ਖੂੰਜਾ ਜਿਹਾ ਖੜ ਹੋਰ ਹੀ ਗੱਲਾਂ ਕਰਦੇ ਉਹਦੇ ਬਾਰੇ। ਫਿਰ ਬੜਾ ਦਿਲ ਦੁਖਦਾ ਉਦੋਂ, ਪਰ ਉਦੋਂ ਨੂੰ ਉੱਧਰ ਘੰਟੀ ਵੱਜ ਜਾਂਦੀ ਹੈ ਵੀ ਆਹ ਚੱਲ ਗਏ ਓਏ। ਪਕੜ ਚਲਾਏ ਅਣ ਦੂਤ ਜਮ ਕਿਸੇ ਨਾ ਦੇਨੀ ਭੇਤ। ਮਹਾਰਾਜ ਕਹਿੰਦੇ ਫਿਰ ਸਮਾਂ ਆਉਂਦਾ, ਵੈਸੇ ਹੁੰਦੇ ਆ ਦਿਨ ਕਾਫੀ ਕੋਲੇ, 12-13 ਦਿਨਾਂ ਦਾ ਪ੍ਰੋਸੀਜਰ ਜਿਹਾ ਹੈਗਾ ਇਹ, ਤਾਂ ਹੀ ਉਵੇਂ ਬਣਿਆ ਵਾ ਸੀ ਅੱਗੇ ਕਿ ਫੁੱਲ ਇੰਨੇ ਦਿਨਾਂ ਤੋਂ ਚੁੱਕਣੇ ਆ, ਫਿਰ ਅੱਗੇ ਆਹ ਕਰਨਾ ਹੈ ਕਿ ਇੰਨੇ ਦਿਨਾਂ 'ਚ ਫਿਰ ਪਾਠ ਕਰਨਾ ਜਾਂ ਉਹਨੂੰ ਯਾਦ ਕਰਨਾ, ਉਹਦੀ ਥਾਂ 'ਤੇ ਆਹ ਕਰਨਾ ਉਹ ਚੀਜ਼ਾਂ ਕੁਛ ਹੁੰਦੀਆਂ ਜਿਹੜੇ ਨਿਯਮਾਂ ਤਹਿਤ ਹੀ ਚੱਲਦਾ ਸਾਰਾ ਕੁਛ। ਫਿਰ ਭਾਈ ਉਦੋਂ ਬਾਅਦ ਆ ਆਉਂਦਾ ਸਿਸਟਮ, ਜਿਵੇਂ ਸਮਾਜ 'ਚ ਵੀ ਹੈਗਾ ਹੀ ਆ, ਕੋਈ ਅਪਰਾਧੀ ਆ ਤਾਂ ਫਿਰ ਪੁਲਿਸ ਉਹਨੂੰ ਆਉਂਦੀ ਆ, ਪਕੜਦੀ ਆ, ਪਕੜ ਕੇ ਲੈ ਜਾਂਦੀ ਹੈ। ਕਈ ਵਾਰ ਤਾਂ ਪਿੱਛੇ ਦੇਖੇ ਹੀ ਆ ਸਮਿਆਂ 'ਚ ਪੁਰਾਣਿਆਂ 'ਚ ਕਿ ਭੇਤ ਹੀ ਨਹੀਂ ਸੀ ਲੱਗਦਾ, ਜੇ ਕੇਰਾ ਬੰਦਾ ਚੱਕਿਆ ਗਿਆ ਬਸ ਫਿਰ ਵੀ ਹੁਣ ਨਹੀਂ ਆਉਂਦਾ ਇਹ। ਘਰ ਵਾਲੇ ਤਕਰੀਬਨ ਅੱਧਾ ਤਾਂ ਮੰਨ ਨਹੀਂ ਲੈਂਦੇ ਸੀ ਦਿਲੋਂ ਵੀ ਬਸ ਹੁਣ ਨਹੀਂ, ਜਿਹੜੇ ਕੋਈ ਬਾਹਲੇ ਹਿੰਮਤੀ ਸੀ ਵਿਚਾਰੇ ਭੱਜ ਨੱਠ ਕਰਦੇ ਸੀ, ਪਰ ਐਂਡ ਪਤਾ ਚੱਲਦਾ ਸੀ ਪਤਾ ਹੀ ਨਹੀਂ ਕਿੱਥੇ ਆ। ਇਹ ਚੀਜ਼ਾਂ ਆਮ ਸਮਾਜ 'ਚ ਵੀ ਵਾਪਰਦੀਆਂ ਅਤੇ ਉਹ ਅੰਦਰ ਤਾਂ ਵਾਪਰਦੀਆਂ। ਦੂਜੇ ਭਾਉ ਨਾਲੋਂ ਟੁੱਟ ਕੇ ਕਿੰਨੇ ਹੀ ਕੁਛ ਕਰਦੇ ਫਿਰ ਉਹ, ਪਹਿਲੇ ਭਾਉ ਨਾਲੋਂ ਟੁੱਟ ਕੇ ਜੋ ਦੂਜਾ ਭਾਉ ਬਣ ਗਿਆ, ਕਿੰਨੇ ਸ਼ਿੰਗਾਰ ਕੁਛ ਹੀ, ਪਰ ਜਦੋਂ ਦੇਹ ਜਾਊਗੀ ਨਾ ਪ੍ਰੇਤ ਹੀ ਕਹਿਣਾ ਘਰਦਿਆਂ ਨੇ ਵੀ। ਪਕੜ ਚਲਾਏ ਅਣ ਦੂਤ ਜਮ ਕਿਸੇ ਨਾ ਦੇਨੀ ਭੇਤ। ਅਤੇ ਉਹ ਜਮਾਂ ਨੇ, ਉਹਦੇ ਨਿਯਮ ਨੇ, ਤੁਹਾਨੂੰ ਨਿਯਮ ਦੇ ਤਹਿਤ ਹੀ ਅੱਗੇ ਚਲਾ ਦੇਣਾ, ਲੈ ਜਾਣਾ ਦੂਤਾਂ ਨੇ। ਭੇਤ ਕਿਸੇ ਨੂੰ ਆਉਣਾ ਹੀ ਨਹੀਂ, ਆਪਾਂ ਨੂੰ ਕਿਹੜਾ ਆਉਂਦਾ ਬਈ, ਜਿਹੜਾ ਚਲਿਆ ਜਾਂਦਾ ਭਾਵੇਂ ਆਪਾਂ ਸਾਰੀ ਦੁਨੀਆ ਰੋਈ ਜਾਗੇ ਉਹ ਬਾਈ ਆ ਜਾ, ਉਹ ਬਾਈ ਆ ਜਾ, ਕਦੋਂ ਆਉਂਦਾ ਨਹੀਂ ਕੁਛ ਮਿਲਦਾ, ਨਹੀਂ ਪਤਾ ਲੱਗਦਾ। ਇੱਕ ਅਰਦਾਸਾਂ ਕਲਗੀਧਰ ਅੱਗੇ ਕਿ ਮਹਾਰਾਜ ਕਿਰਪਾ ਕਰ ਦਿਓ, ਤੁਹਾਡੇ ਹੱਥ ਵਾਸਾ ਭੇਜ ਦਿਓ ਵਾਪਸ, ਹੋ ਜੇ ਰਹਿਮਤ, ਉਹ ਖੁਸ਼ੀ ਦੇ ਦਿਨ ਵੀ ਦੇਖਣ ਨੂੰ ਮਿਲ ਜਾਣ, ਉਹੀ ਪਹਿਲਾ ਭਾਉ ਚੱਲ ਪਏ, ਉਹ ਆਨੰਦ, ਉਹ ਖੇੜੇ, ਉਹ ਖੁਸ਼ੀਆਂ, ਕਿਰਪਾ ਹੋ ਜੀ। ਛੱਡ ਖੜੋਤੇ ਖਿਨਾ ਮਹਿ ਜਿਨ ਸਿਉ ਲੱਗਾ ਹੇਤ। ਮਹਾਰਾਜ ਕਹਿੰਦੇ ਸਾਰੇ ਛੱਡ ਕੇ ਪਾਸੇ ਹੋ ਜਾਂਦੇ ਆ ਜਿਨ੍ਹਾਂ ਨਾਲ ਹੇਤ ਲੱਗਿਆ ਹੁੰਦਾ। ਹੇਤ ਮਤਲਬ ਪਿਆਰ। ਸਾਨੂੰ ਲੱਗਦਾ ਹੁੰਦਾ ਮੇਰੇ ਸੰਬੰਧੀ ਆ, ਮੇਰੇ ਰਿਸ਼ਤੇਦਾਰ ਹੈ, ਮੇਰੇ ਭੈਣ ਭਾਈ ਹੈ, ਜਿਨ੍ਹਾਂ ਸੰਬੰਧੀਆਂ ਨਾਲ ਸਾਰੀ ਉਮਰ ਬੜਾ ਹੀ ਪਿਆਰ ਬਣਿਆ ਰਹਿੰਦਾ, ਉਹ ਪਲ ਵਿੱਚ ਹੀ ਸਾਥ ਛੱਡ ਦਿੰਦੇ ਆ। ਕਿਉਂਕਿ ਹੁਣ ਉਹ ਲੋਥ ਬਣ ਚੁੱਕਿਆ ਜਿਹੜਾ ਬੋਲਦਾ ਸੀ, ਅਤੇ ਉਹਨਾਂ ਨੂੰ ਇਹ ਅਹਿਸਾਸ ਹੈ ਨਹੀਂ ਕਿ ਉਹਨੂੰ ਕੁਛ ਨਹੀਂ ਹੋਇਆ, ਕਿਉਂਕਿ ਉਹਨਾਂ ਨੂੰ ਖੁਦ ਨੂੰ ਵੀ ਸਰੀਰ ਹੀ ਮੰਨਦੇ ਆ ਨਾ। ਜਿਹੜੇ ਖੁਦ ਨੂੰ ਸਰੀਰ ਮੰਨਦੇ ਆ ਉਹ ਸਰੀਰ ਨੂੰ ਮਰਨ 'ਤੇ ਹੀ ਮੰਨ ਲੈਂਦੇ ਆ ਵੀ ਬੰਦਾ ਮਰ ਗਿਆ, ਹੁਣ ਸਾਡੀ ਖੇਡ ਖਤਮ ਹੈ, ਹੁਣ ਸਾਡਾ ਕੀ ਇਹਦੇ ਨਾਲ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਨਹੀਂ ਮਰਿਆ, ਕੋਲੇ ਖੜਾ ਦੇਖੀ ਜਾਂਦਾ, ਝਾਕੀ ਜਾਂਦਾ, ਇੱਥੇ ਹੀ ਫਿਰਦਾ, ਉਹ ਸਾਰੀ ਗੱਲ ਨੂੰ ਨੋਟ ਕਰਦਾ ਕੀ ਹੋ ਰਿਹਾ ਉਹਦੇ ਜਾਣ ਤੋਂ ਬਾਅਦ। ਉਹ ਦੱਸਣ ਦੀ ਵੀ ਕੋਸ਼ਿਸ਼ ਕਰਦਾ, ਬੋਲਣ ਦੀ ਵੀ ਕੋਸ਼ਿਸ਼ ਕਰਦਾ। ਉਹਦੇ ਬੋਲ ਅਸੀਂ ਨਹੀਂ ਸੁਣ ਸਕਦੇ, ਸਾਡੇ ਕੋਲ ਇੰਸਟਰੂਮੈਂਟ ਹੀ ਹੈ ਨਹੀਂ, ਪਰ ਉਹ ਸਰੀਰ 'ਚ ਰਹਿ ਕੇ ਗਿਆ, ਜੋ ਅਸੀਂ ਸਰੀਰਾਂ ਨਾਲ ਬੋਲਦੇ ਹਾਂ ਉਹਨੂੰ ਜ਼ਰੂਰ ਪਤਾ ਲੱਗਦਾ। ਕਿੰਨਾ ਚਿਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਮਰ ਗਿਆ। ਇਹ ਅਟੱਲ ਸੱਚਾਈਆਂ। ਇਹ ਜਦੋਂ ਤੁਸੀਂ ਖੁਦ ਜਪੋਗੇ ਨਾ
ਖੁਦ ਬੈਠੋਗੇ, ਖੁਦ ਧਿਆਨ 'ਚ ਜਾਓਗੇ, ਨੋਰਮਲੀ ਦਿਸਣਾ ਸਾਰਾ ਕੁਛ। ਹੁਣ ਉਹਦੇ ਜਿਹੜੇ ਸੰਬੰਧੀ ਹੁੰਦੇ ਆ ਉਹ ਤਾਂ ਸਾਰੇ ਵਿਚਾਰੇ ਸਰੀਰ ਨੂੰ ਜਾਣਦੇ ਹੁੰਦੇ ਆ, ਸਰੀਰ ਨੂੰ ਮਰਿਆ ਸਮਝ ਕੇ ਉਹਨੂੰ ਵੀ ਮਰਿਆ ਮੰਨ ਲੈਂਦੇ ਆ, ਤਾਂ ਹੀ ਉਹਨਾਂ ਦੀਆਂ ਕਿਰਿਆਵਾਂ ਉਹੋ ਜਿਹੀਆਂ ਹੁੰਦੀਆਂ। ਅਤੇ ਮਹਾਰਾਜ ਫਿਰ ਗੱਲ ਵੀ ਉਹਨਾਂ ਦੀ ਕਰ ਰਹੇ ਆ ਕਿ ਜਿਨ੍ਹਾਂ ਨਾਲ ਤੇਰਾ ਪਿਆਰ ਸੀ, ਜਿਨ੍ਹਾਂ ਨਾਲ ਹਿੱਤ ਸੀ, ਸਾਰੇ ਛੱਡ ਕੇ ਪਾਸੇ ਹੋ ਗਏ। ਹੱਥ ਮਰੋੜਾ ਤਣ ਕੱਪੇ ਸਿਆਹੋ ਹੋਆ ਸੀਤ। ਜਦੋਂ ਮੌਤ ਆਉਂਦੀ ਆ, ਜੇ ਮੌਤ ਦੀ ਤਿਆਰੀ ਪਹਿਲਾਂ ਨਹੀਂ, ਅਸਲ ਦੇ ਵਿੱਚ ਗੱਲ ਕੀ ਆ ਨਾ, ਧਰਮ ਹੈ ਜਿਹੜਾ, ਜਿੱਥੋਂ ਤੱਕ ਪਤਾ ਲੱਗਦਾ ਮਹਾਰਾਜ ਦੇ ਨੇੜੇ ਜਾ ਕੇ, ਕਿ ਧਰਮ ਇਹ ਦੱਸਦਾ ਕਿ ਤੂੰ ਆਇਆ ਨਾ, ਰਿਟਰਨ ਟਿਕਟ ਲੈ ਕੇ ਹੀ ਆਇਆ, ਅਤੇ ਵਾਪਸੀ ਦੀ ਤਿਆਰੀ ਪੂਰੀ ਵਧੀਆ ਰੱਖੀ। ਧਰਮ ਦਾ ਮਤਲਬ ਹੀ ਇਹ ਹੈ ਕਿ ਤੂੰ ਆਇਆ, ਇੱਕ ਦਿਨ ਜਾਣਾ ਹੈ। ਜੇ ਤੂੰ ਇਹ ਗੱਲ ਜਾਣ ਲਵੇਂ, ਦਿਲ 'ਚ ਵਸਾ ਲਵੇਂ ਕਿ ਮੈਂ ਇੱਕ ਦਿਨ ਇੱਥੋਂ ਜਾਣਾ ਹੈ, ਜਿਹਦੇ ਇਹ ਗੱਲ ਯਾਦ ਆ ਨਾ ਮੈਂ ਜਾਣਾ ਹੈ, ਉਹ ਫਿਰ ਜ਼ਾਲਮ ਨਹੀਂ ਬਣ ਸਕਦਾ। ਜਿਹਨੂੰ ਇਹ ਪਤਾ ਮੈਂ ਜਾਣਾ, ਜਾ ਕੇ ਹਿਸਾਬ ਦੇਣਾ, ਉਹ ਕਦੇ ਗਲਤ ਨਹੀਂ ਹੋ ਸਕਦਾ, ਹੁੰਦਾ ਹੀ ਨਹੀਂ। ਫਿਰ ਭੁੱਲਦਾ ਹੀ ਉਹ ਆ ਜਿਹੜਾ ਇਹ ਗੱਲ ਨੂੰ ਭੁੱਲ ਜਾਂਦਾ ਸਾਰੇ ਕਾਸੇ ਨੂੰ। ਧਰਮ ਦਾ ਮਤਲਬ ਹੀ ਇਹ ਹੈ ਕਿ ਤੈਨੂੰ ਚੇਤੇ ਕਰਾਈ ਰੱਖੇ, ਤੇਰੀ ਰਿਟਰਨ ਟਿਕਟ ਲਈ ਪਈ ਹੈ, ਟਾਈਮ ਟੂਮ ਲਿਖਿਆ ਵਾ, ਅਤੇ ਤੂੰ ਜਦੋਂ ਜਾਣਾ ਆਪ ਹੀ ਤਿਆਰੀ ਕਰਕੇ ਪੂਰੀ ਖੁਸ਼ੀ ਨਾਲ, ਚੜ੍ਹਦੀ ਕਲਾ ਨਾਲ ਜਾ ਕੇ ਬੈਠੇ ਹੋ ਭਗਵਾਨ 'ਚ ਵੀ ਚਲੋ ਮਿੱਤਰੋ ਮੇਰੀ ਤਿਆਰੀ ਹੈ। ਉਹ ਤਿਆਰੀ ਤੋਂ ਪਹਿਲਾਂ ਆਪਦੇ ਕਾਰਜ ਕੀਤੇ ਸਾਰੇ ਨਿਬੇੜ ਦੇ ਤੂੰ। ਤੈਨੂੰ ਕਿਸੇ ਚੀਜ਼ ਨਾਲ ਬਹੁਤਾ ਭਾਉ ਨਾ ਹੋਵੇ, ਅੰਦਰੋਂ ਜਾਗ ਜੇ ਤੂੰ, ਜੀਂਦੇ ਜੀ ਸਾਰੀ ਤਿਆਰੀ ਰੱਖੇ ਜਾਣ ਦੀ, ਅੰਦਰੇ ਅੰਦਰ ਤੈਨੂੰ ਪਤਾ ਹੋਵੇ ਇੱਕ ਦਿਨ ਜਾਣਾ। ਜਾਣ ਦੀ ਤਿਆਰੀ ਹੁੰਦੀ ਆ ਬੈਠਣ ਨਾਲ, ਪਵਨ ਗੁਰੂ ਦੇ ਚਰਨਾਂ 'ਚ ਧਿਆਨ ਧਰਨ ਨਾਲ। ਪਤਾ ਲੱਗਦਾ ਕਿ ਇਹ ਜਿਹੜਾ ਬੋਲਦੀ ਜਾਂਦਾ ਇਹ ਅਲੱਗ ਹਸਤੀ ਆ, ਇਹ ਸਰੀਰ ਤਾਂ ਇੱਕ ਇੰਸਟਰੂਮੈਂਟ ਆ ਉਹਦੇ ਲਈ, ਉਹ ਪੂਰੀ ਤਿਆਰੀ ਕਰਦਾ। ਫਿਰ ਉਹ ਕਿਸੇ ਚੀਜ਼ 'ਚ ਉਲਝਦਾ ਨਹੀਂ ਹੈ, ਉਹ ਆਪਣੀ ਤਿਆਰੀ ਰੱਖਦਾ। ਜਦੋਂ ਟਾਈਮ ਆਉਂਦਾ ਉਹਦੇ ਫਿਰ ਹੱਥ ਉੱਥੇ ਨਹੀਂ ਮਰੋੜੀ ਦੇ, ਜਿਹੜਾ ਜਾਗ ਜਾਂਦਾ ਉਹਨੂੰ ਪਤਾ ਵੀ ਆ ਮੈਂ ਜਾਣਾ, ਬਸ ਚੱਲਿਆ, ਉਹ ਸ਼ਾਂਤੀ ਨਾਲ ਜਾਂਦਾ। ਅੱਜ ਕੱਲ੍ਹ ਤਾਂ ਵੀਡੀਓਗ੍ਰਾਫੀ ਵੀ ਹੋਣ ਲੱਗ ਗਈ ਬਾਹਰਲੇ ਦੇਸ਼ਾਂ ਜਦੋਂ ਜਾਂਦੇ ਆ ਕੁਛ ਲੋਕ ਵੀ, ਯਾਰ ਕਰੋ, ਇੰਜੋਏ ਕਰਿਓ ਤੁਸੀਂ ਬਾਅਦ 'ਚ। ਆਪਾਂ ਇੰਨੇ ਸਾਲ ਇਕੱਠੇ ਰਹੇ ਹਾਂ, ਹੁਣ ਤੁਸੀਂ ਆਨੰਦ ਨਾਲ ਨੱਚਦੇ ਹੱਸਦੇ ਤੋਰਿਓ ਮੈਨੂੰ। ਹੈਗਾ ਇਹ ਰਿਵਾਜ਼ ਚੱਲ ਪਿਆ, ਬਾਬੇ ਓਸ਼ੋ ਦੇ ਵੀ ਸੀਗਾ, ਜਦੋਂ ਕੋਈ ਗੁਜ਼ਰ ਜਾਂਦਾ ਸੀ ਉੱਥੇ ਕਹਿੰਦੇ ਆਓ ਵੀ ਇਹਨੂੰ ਹੁਣ ਨੱਚ ਗਾ ਕੇ ਛੱਡ ਕੇ ਆਈਏ, ਪੂਰਾ ਐਂ ਚੜ੍ਹਦੀ ਕਲਾ ਨਾਲ ਉਹਦਾ ਫਿਰ ਸੰਸਕਾਰ ਕਰਕੇ ਆਉਂਦੇ। ਕੋਈ ਜ਼ਰੂਰੀ ਨਹੀਂ ਵੀ ਰੋਣਾ ਕਾਹਦੀ ਖਤਰਾ, ਫਿਰ ਬਈ ਆਪਣੇ ਨਾਲ ਰਿਹਾ ਅਤੇ ਹੁਣ ਉਹ ਚੱਲਿਆ ਜਾਂ ਤਾਂ। ਅਸਲ ਦੇ ਵਿੱਚ ਜਦੋਂ ਗੱਲ ਹੀ ਸਾਰਾ ਦਿਨ ਇਹ ਚੱਲਣੀ ਹੈ ਵੀ ਜਾਣਾ ਹੈ ਜਾਣਾ ਹੈ, ਬਾਣੀ 'ਚ ਵੀ ਉਹੀ ਦੱਸਿਆ, ਗੱਲਾਂ ਵੀ ਉਹੀ ਕਰਨੀਆਂ, ਫਿਰ ਤਿਆਰੀ ਹੋ ਜਾਂਦੀ ਹੈ, ਭਾਓ ਬਣ ਜਾਂਦਾ ਉਹੋ ਜਿਹਾ, ਫਿਰ ਇਹ ਗੱਲਾਂ ਹੁੰਦੀਆਂ ਹੀ ਨਹੀਂ। ਫਿਰ ਮਹਾਰਾਜ ਕਹਿੰਦੇ ਪਰ ਆਮ ਬੰਦੇ ਦਾ ਇਹ ਹਾਲ ਹੈ ਕਿ ਉਹਨੇ ਕਿਤੇ ਜ਼ਿੰਦਗੀ 'ਚ ਸੋਚਿਆ ਨਹੀਂ ਹੁੰਦਾ ਮੈਂ ਜਾਣਾ ਕਿੱਥੇ ਜਾਣਾ। ਮਰਨ ਦਾ ਤਾਂ ਜੇ ਆਮ ਨਾਲ ਲੱਗੇ ਨਾ, ਇਹੋ ਜਿਹੀ ਗੱਲ ਮੂੰਹੋਂ ਨਾ ਕੱਢ। ਆਮ ਲੋਕਾਂ ਦਾ ਇਹ ਹਾਲ ਆ, ਅਰਥੀ ਜਾਂਦੀ ਹੋਵੇ ਜਵਾਕਾਂ ਦੇ ਅੱਖਾਂ 'ਤੇ ਹੱਥ ਰੱਖਣੇ ਆਇਆ, ਕਹਿੰਦੇ ਵੀ ਦੇਖ ਲੈਣ ਤੇ ਯਾਰ ਉਹਨਾਂ ਨੂੰ ਪਤਾ ਲੱਗੇ ਕਿ ਆਹ ਜਿਹੜਾ ਚਾਚੂ ਸੀ, ਤਾਊ ਸੀ ਜਾਂ ਬਾਬਾ ਸੀ, ਇਹ ਇੱਥੋਂ ਹੀ ਫਿਰਦਾ ਹੁੰਦਾ ਸੀ, ਐਂ ਤੁਰ ਗਿਆ, ਅਤੇ ਉਹਨਾਂ ਦੇ ਐਂ ਕਿਤੇ ਲੱਗੇ ਯਾਰ ਵੀ ਮੈਂ ਵੀ ਜਾਊਂ, ਬੁੱਧ ਨੂੰ ਕਿਤੇ ਜਾਗ ਜਾਣੋ ਵੀ ਅੰਦਰੋਂ। ਯਾਰ ਜੇ ਜਾਣਾ ਹੀ ਹੈ ਫਿਰ ਇੰਨੇ ਕਿੱਲੇ ਕਾਹਦੀ ਖਤਰ ਕੱਢਣੇ ਹੈ, ਇੰਨੇ ਗਦ ਕਿਉਂ ਕੱਢਣੇ ਹੈ, ਕਿਉਂ ਇੰਨੀ ਫਿਰ ਖਹਿਬਾਜ਼ੀ ਕਰਨੀ ਜੇ ਜਾਣਾ ਹੀ ਆ। ਜਾਣ ਵਾਲੀ ਗੱਲ ਜੇ ਜੱਚ ਜੇ ਨਾ, ਪੱਕੀ ਪਤਾ ਲੱਗ ਜੇ ਅੰਦਰ, ਬਹੁਤ ਕਲੇਸ਼ ਮਿਟ ਜਾਂਦੇ ਆ। ਮਹਾਰਾਜ ਕਹਿੰਦੇ ਹੱਥ ਮਰੋੜਾ ਤਣ ਕੱਪੇ ਸਿਆਹੋ ਹੋਆ ਸੇਤ। ਡਰਦੇ ਦੇ, ਕਿਉਂਕਿ ਇਹ ਗੱਲ ਦੇਖੀ ਨਹੀਂ ਸੀ ਮੈਂ ਜਾਣਾ। ਜਦੋਂ ਉਹ ਕਾਲੀਆਂ ਕਾਲੀਆਂ ਪਰਸਾਈਆਂ ਦੀਂਦੀਆਂ, ਮਰੇ ਵੀ ਰਿਸ਼ਤੇਦਾਰ ਜੇ ਦਿਸਣ ਲੱਗ ਜਾਂਦੇ ਆ ਪਹਿਲਾਂ, ਉਹ ਸਾਰਾ ਕੁਛ ਬਣਦਾ ਇੱਕ ਖੇਡ ਜੀ। ਮਹਾਰਾਜ ਕਹਿੰਦੇ ਫਿਰ ਫੜ ਕੇ ਰੱਖਣ ਦੀ ਕੋਸ਼ਿਸ਼ ਕਰਦਾ, ਕੋਲੇ ਜੋ ਵੀ ਪਿਆ ਹੱਥਾਂ ਨੂੰ ਮਰੋੜਦਾ, ਤਣ ਕੰਬਣ ਲੱਗ ਜਾਂਦਾ। ਸਿਆਹੋ ਹੋਆ ਸੇਤ, ਕਹਿੰਦਾ ਰੰਗ ਉੱਡ ਜਾਂਦਾ, ਸੁਆਹ ਹੋ ਜਾਂਦੀ ਹੈ ਚਿਹਰੇ ਦੀ। ਮੌਤ ਨੂੰ ਵੇਖ ਕੇ ਫਿਰ ਪਛਤਾਉਂਦਾ, ਅਤੇ ਸਕਿੰਟਾਂ ਦੇ ਹਿਸਾਬ ਨਾਲ ਸਾਰੀ ਜ਼ਿੰਦਗੀ ਅੱਖਾਂ ਦੇ ਅੱਗੋਂ ਦੀ ਘੁੰਮ ਜਾਂਦੀ ਹੈ ਵੀ ਯਾਰ ਕੀ ਖੱਟਿਆ, ਜੇ ਮੈਂ ਆਈ ਜਾਣਾ ਸੀ, ਮੈਨੂੰ ਇਹ ਖਿੱਚ ਕੇ ਲਈ ਜਾਂਦੇ ਆ, ਤਾਂ ਮੈਂ ਇੰਨਾ ਖਤਰ ਕੀ ਕਰਦਾ ਰਿਹਾ ਹਾਂ, ਅਤੇ ਹੁਣ ਹਿਸਾਬ ਕਿਤਾਬ ਮੈਨੂੰ ਦੇਣੇ ਪੈਣੇ ਆ ਸਾਰੇ। ਹੈ ਨਹੀਂ ਪੰਗਾ, ਕਦੇ ਤਾਂ ਸੋਚ ਲਿਆ ਕਰੋ ਇਹ ਆਈ ਆ। ਫਿਰ ਮਹਾਰਾਜ ਕਹਿੰਦੇ ਹੋਣਾ ਹੁਣ ਕੀ, ਅੱਗੇ ਦੀ ਗੱਲ ਸੁਣ ਲਾ। ਜੇਹਾ ਬੀਜੈ ਸੋ ਲੁਣਾ ਕਰਮਾ ਸੰਦਰਾ ਖੇਤ। ਕਹਿੰਦੇ ਤੇਰਾ ਜਿਹੜਾ ਆਹ ਸਰੀਰ ਹੈ, ਆਹ ਜਿਹੜੀ ਕਰਮ ਧਰਤੀ ਹੈ, ਸਾਰਾ ਕੁਛ ਹੈ, ਇਹ ਕਰਮਾ ਸੰਦਰਾ ਖੇਤ ਹੈ। ਜੋ ਜੋ ਤੂੰ ਬੀ ਪਾਇਆ, ਬੋਲ ਕੇ, ਅੱਖਾਂ ਨਾਲ, ਕੰਨਾਂ ਨਾਲ ਸੁਣ ਕੇ, ਹੱਥਾਂ ਨਾਲ ਕਰਕੇ, ਪੈਰਾਂ ਨਾਲ ਚੱਲ ਕੇ, ਜਿੱਥੇ ਜਿੱਥੇ ਜੋ ਜੋ ਕੀਤਾ ਉਹ ਤੈਨੂੰ ਹੀ ਵੱਢਣਾ ਪੈਣਾ।
ਜਿਹੜੀਆਂ ਚੰਗੀਆਂ ਕੀਤੀਆਂ ਉਹ ਸੁੱਖ ਬਣ ਕੇ ਤੇਰੇ ਅੱਗੇ ਆਉਣੀਆਂ, ਉਹ ਸੁੱਖ ਵੀ ਮੰਨਣੇ ਪੈਣੇ ਆ, ਉਹ ਚੜ੍ਹਦੀਆਂ ਕਲਾ ਵੀ ਮੰਨਣੀਆਂ ਪੈਣੀਆਂ। ਜਿਹੜੀਆਂ ਮਾੜੀਆਂ ਕੀਤੀਆਂ ਉਹ ਦੁੱਖ ਬਣ ਕੇ ਆਉਣੀਆਂ, ਉਹ ਵੀ ਭੋਗਣੀਆਂ ਪੈਣੀਆਂ। ਅਤੇ ਜਿੱਦੇ ਤੋਂ ਆਦਮੀ ਨੂੰ ਜਾਗ ਆ ਜਾਂਦੀ ਆ, ਉਹ ਫਿਰ ਨਾ ਚੰਗੀਆਂ ਕਰਦਾ ਅਤੇ ਕਿਉਂ ਮੈਂ ਗੇੜਾ ਲਾਵਾਂ ਵਾਪਸ ਬਈ, ਕਾਹਦੇ ਲਈ ਫਿਰ, ਅਤੇ ਨਾ ਉਹ ਮਾੜੀਆਂ ਕਰਦਾ। ਉਹ ਦੋਨਾਂ 'ਚੋਂ ਉੱਚਾ ਉੱਠ ਜਾਂਦਾ, ਸਹਿ ਸੁਭਾਅ ਜੋ ਹੋਈ ਜਾਂਦਾ ਉਹਨੂੰ ਪ੍ਰਵਾਨ ਕਰੀ ਜਾਂਦਾ। ਆਪਣੇ ਬਦੀਆਂ ਕੋਈ ਗਦ ਗੜਦਾ ਹੀ ਨਹੀਂ, ਆਪਣੇ ਗੜੀਆਂ ਦਸਤਖਤ ਕਰਕੇ ਕੋਈ ਚੀਜ਼ ਕਹਿੰਦੇ ਹੀ ਨਹੀਂ, ਚੁੱਪ ਹੋ ਜਾਂਦਾ ਬਸ ਚੱਲਣ ਦੇ। ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ। ਮਹਾਰਾਜ ਕਹਿੰਦੇ ਮਿੱਤਰਾ, ਜਿਹੇ ਜਿਹਾ ਬੀਜੇਗਾ ਉਹੋ ਜਿਹਾ ਤੇਰਾ ਵੱਢਣਾ ਪੈਣਾ, ਸੋਧ ਹੋਣਾ। ਕਰਮਾ ਸੰਦਰਾ ਖੇਤੇ ਤਾਂ ਕਰਮਾ ਸੰਦਰਾ ਖੇਤ ਹੈ, ਅਤੇ ਜੋ ਤੂੰ ਪਿੱਛੇ ਬੀਜਿਆ ਉਹ ਹੁਣ ਵੱਢ ਅੱਗੇ ਜਾ ਕੇ। ਅਤੇ ਜਿਹੇ ਜਿਹੀਆਂ ਸੁਰਤਾਂ ਬਿਰਤਾਂ ਸੀਗੀਆਂ, ਜਿਹੇ ਜਿਹੀਆਂ ਅੱਲ ਬਲਾ ਦੀਆਂ ਗੱਲਾਂ ਉਹਦੇ ਅੰਦਰ ਚੱਲਦੀਆਂ ਸੀ, ਉਹੋ ਜਿਹੀ ਲੁਚਰੂ ਕੁਚਰੂ ਜਿਹਾ ਜਨਮ ਮਿਲ ਜਾਂਦਾ ਉਹਨੂੰ ਅੱਗੇ। ਕਿਉਂਕਿ ਇੱਕ ਮਨ ਇੱਕ ਚਿੱਤ ਤਾਂ ਕਦੇ ਹੋਏ ਹੀ ਨਹੀਂ ਨਾ ਕਿ ਚੋਣ ਕਰ ਸਕੇ। ਰੌਲ ਉਧੌਲ 'ਚ ਹੀ ਫਿਰ ਮਰੀ ਜਾਂਦਾ, ਜੰਮੀ ਜਾਂਦਾ, ਮਰੀ ਜਾਂਦਾ, ਮਰ ਮਰ ਜੰਮੈ। ਮਹਾਰਾਜ ਕਹਿੰਦੇ ਆ ਗਿਆ ਚਲਿਆ ਗਿਆ, ਆ ਗਿਆ ਚੱਲੀ ਜਾਂਦਾ। ਅਤੇ ਜੇ ਕਿਤੇ ਇੱਕ ਮਨ ਇੱਕ ਚਿੱਤ ਹੋ ਜੇ ਤਾਂ ਦਾਅਵਾ ਕਰ ਸਕਦਾ ਕਿ ਮੈਂ ਨਹੀਂ ਆਉਂਦਾ ਬਈ। ਠੀਕ ਹੈ, ਜੇ ਗੁਰੂ ਹੁਕਮ ਕਰਦੇ ਪਰਉਪਕਾਰ ਲਈ, ਜਨ ਪਰਉਪਕਾਰੀ ਆਏ ਕਿਤੇ ਗੇੜਾ ਮਾਰ ਸਕਦਾ, ਜਿਵੇਂ ਜੈਲਦਾਰ ਕਿਤੇ ਖੇਤ 'ਚ ਗੇੜਾ ਮਾਰਨ ਚਲਿਆ ਜਾਂਦਾ ਮਰਜ਼ੀ ਨਾਲ ਕੋਈ। ਪਰ ਆਏ ਨਹੀਂ ਹੈ ਕਿ ਤੁਹਾਨੂੰ ਕੋਈ ਸ਼ਕਤੀ ਧੱਕੇ ਨਾਲ ਤੋੜ ਮਰੋੜ ਕੇ ਭੇਜ ਦੂ, ਕਿਉਂਕਿ ਤੁਸੀਂ ਇੱਕ ਭਾਉ ਨੂੰ ਜਾਣ ਲਿਆ, ਉਹਦੇ ਨਾਲ ਇੱਕ ਮਿਕਤਾ ਰੱਖੀ, ਇੱਕ ਦਾ ਹੀ ਰੂਪ ਹੋ ਗਏ। ਪਿਤਾ ਤੁਹਾਡਾ ਅਕਾਲ ਪੁਰਖ ਹੈ, ਉਹਨੇ ਤੁਹਾਨੂੰ ਆਪਣੀ ਗੋਦ 'ਚ ਲੈ ਲਿਆ। ਮਾਂ ਆਦਿ ਸ਼ਕਤੀ ਨੇ ਤੁਹਾਨੂੰ ਆਪਣੀ ਗੋਦ 'ਚ ਲੈ ਲਿਆ, ਤੁਸੀਂ ਉਹਦੀ ਅਗੋਸ਼ 'ਚ ਚਲੇ ਗਏ, ਮਹਾਕਾਲ ਦੀ ਚੜ੍ਹਦੀ ਕਲਾ ਹੋ ਗਈ ਬਈ। ਫਿਰ ਤਾਂ ਘਰ ਦੀ ਖੇਡ ਬਣ ਜਾਂਦੀ ਹੈ ਨਾ, ਜੋ ਬਾਪੂ ਦੀ ਪਛਾਣ ਆ ਜਾਂਦੀ ਹੈ। ਫਿਰ ਤਾਂ ਬਾਪੂ ਦੇ ATM ਵੀ ਆਪਣੇ ATM ਹੀ ਹੁੰਦੇ ਆ, ਪਾਸਵਰਡ ਉਹ ਦੱਸ ਦਿੰਦਾ, ਕੋਈ ਚੱਕਰ ਨਹੀਂ, ਚੜ੍ਹਦੀ ਕਲਾ। ਫਿਰ ਮਹਾਰਾਜ ਕਹਿੰਦੇ ਨਾਨਕ ਪ੍ਰਭ ਸਰਨਾਗਤੀ, ਚਾਰਨ ਨ ਬੋਹਿਥ ਪ੍ਰਭ ਦੇਤ। ਕਹਿੰਦੇ ਸ਼ਰਨ ਆ ਜਾ ਗੁਰੂ ਦੀ, ਉਹ ਪ੍ਰਭੂ ਨੂੰ ਧਿਆ, ਗੁਰੂ ਦੀ ਸ਼ਰਨ ਆ ਜਾ। ਕੀ ਹੋਊਗਾ? ਨਾਨਕ ਪ੍ਰਭ ਸਰਨਾਗਤੀ, ਚਾਰਨ ਬੋਹਿਥ ਪ੍ਰਭ ਦੇਤ। ਬੋਹਿਥ ਕੀ ਹੁੰਦਾ? ਜਹਾਜ਼, ਜਾਂ ਇੱਕ ਉਹ ਵੀ ਹੁੰਦਾ ਜਿਹਨੂੰ ਆਪਾਂ ਮਾਰਦੇ ਵੀ ਪਾਰ ਲੰਘਣ ਲਈ। ਗੁਰੂ ਦੇ ਚਰਨਾਂ ਦਾ ਜਹਾਜ਼ ਤੈਨੂੰ ਮਿਲ ਜੂਗਾ ਜਦੋਂ ਸ਼ਰਨ ਆ ਜਾਏਗਾ। ਮਹਾਰਾਜ ਦਇਆ ਦ੍ਰਿਸ਼ਟੀ ਕਰਕੇ ਗੁਰੂ ਨਾਨਕ ਗੁਰੂ 10ਵੇਂ ਪਾਤਸ਼ਾਹ ਤੈਨੂੰ ਆਪਣੇ ਜਹਾਜ਼ੇ 'ਤੇ ਚੜ੍ਹਾ ਲੈਂਦੇ ਆ, ਆਪਣਾ ਨਾਮ ਬਖਸ਼ਿਸ਼ ਕਰ ਦਿੰਦੇ ਆ, ਆਪਣੀ ਏਅਰਲਾਈਨ ਦਾ ਨੰਬਰ ਦੇ ਦਿੰਦੇ ਆ। ਨਾਨਕ ਪ੍ਰਭ ਸਰਨਾਗਤੀ, ਚਰਨ ਬਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਕਹਿੰਦੇ ਜਦੋਂ ਗੁਰੂ ਦੀ ਸ਼ਰਨ ਆ ਗਏ, ਗੁਰੂ ਦੇ ਰੂਪ 'ਚ ਰੰਗੇ ਗਏ, ਗੁਰੂ ਦੀ ਗੱਲ ਮਨ 'ਚ ਵਸਾਲੀ, ਫਿਰ ਕੀ ਹੋਊਗਾ? ਸੇ ਭਾਦੋਏ ਨਰਕ ਨਾ ਪਾਈ ਹੈ। ਕਹਿੰਦੇ ਜਿਹੜਾ ਦੂਜੇ ਭਾਉ ਵਾਲਾ ਨਰਕ ਆ ਨਾ, ਉਹਦੇ 'ਚ ਨਹੀਂ ਫਿਰ ਪੈਂਦਾ ਗੁਰਮੁਖ, ਉਹ ਇੱਕ ਭਾਉ 'ਚ ਹੀ ਰਹਿੰਦਾ। ਅਤੇ ਉਹਦੀ ਰੱਖਿਆ ਕਰਨ ਵਾਲਾ ਕੌਣ ਆ? ਗੁਰੂ ਨਾਲ ਪਿਆਰ ਆ ਜਿਹੜਾ ਉਹਦਾ। ਸੇ ਭਾਦੋਏ ਨਰਕ ਨਾ ਪਾਈ ਹੈ, ਫਿਰ ਉਹ ਨਰਕ 'ਚ ਨਹੀਂ ਪੈਂਦਾ ਦੂਜੇ ਭਾਉ ਵਾਲੇ 'ਚ। ਸਾਫ ਹੀ ਜਿਵੇਂ ਦੱਸਿਆ ਵਾ ਉਹੀ ਆਪਾਂ ਪੜ੍ਹਦੇ ਹਾਂ, ਉਹੀ ਦੂਜਾ ਭਾਉ। ਸੇ ਭਾਦੋਏ ਨਰਕ ਨਾ ਪਾਈ ਹੈ, ਗੁਰ ਰੱਖਣ ਵਾਲਾ ਹੇਤ। ਉਹ ਪਰਮ ਪਿਤਾ ਪਰਮਾਤਮਾ, ਉਹਦਾ ਸਰੂਪ ਸਾਡੇ ਸਤਿਗੁਰੂ, ਉਹ ਰੱਖਣ ਵਾਲੇ ਆ। ਉਹਨਾਂ ਨਾਲ ਰੱਖਿਆ ਕਰਨ ਵਾਲਾ ਸਾਡਾ ਪਿਆਰ ਆ, ਪ੍ਰੇਮ ਹੈ। ਜਿਹੜਾ ਗੁਰੂ ਨਾਲ ਪਿਆਰ ਆ ਨਾ, ਕਹਿੰਦੇ ਉਹ ਸਾਡੀ ਰੱਖਿਆ ਕਰਦਾ। ਉਹ ਫਿਰ ਦੂਜੇ ਭਾਉ ਦੇ ਨਰਕ ਵਿੱਚ ਨਹੀਂ ਪੈਂਦੇ। ਕਿਉਂ ਨਹੀਂ ਪੈਂਦੇ? ਉਹ ਇੱਕ ਭਾਉ ਵਾਲੇ, ਇੱਕ ਮਨ ਇੱਕ ਚਿੱਤ ਵਾਲੇ, ਇੱਕ ਓਅੰਕਾਰ ਵਾਲੇ ਸਤਿਗੁਰੂ ਦੀ ਸ਼ਰਨ ਆ ਗਈ। ਅਤੇ ਉਹ ਸਤਿਗੁਰੂ ਨੇ ਸਾਨੂੰ ਕੀ ਕੀਤਾ ਵਾ? ਆਪਣੀ ਗਰੰਟੀ, ਆਪਣੀ ਜ਼ਿੰਮੇਵਾਰੀ ਜੁੱਗੋ ਜੁੱਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਦਿੱਤੀ ਆ ਕਿ ਗੁਰਮੁਖੋ, ਜਿੰਨੇ ਇਹ ਸੰਤ ਭਗਤ ਬੈਠੇ ਆ ਗੁਰੂ ਗ੍ਰੰਥ ਸਾਹਿਬ 'ਚ ਦਸੇ ਪਾਤਸ਼ਾਹੀਆਂ, ਇਹ ਕਰਤੇ ਪੁਰਖ ਅਕਾਲ ਪੁਰਖ ਦਾ ਰੂਪ ਆ, ਮਹਾਕਾਲ ਦਾ। ਜਿਸ ਮਹਾਕਾਲ ਦੇ ਮਹਾਕਾਲੀ ਨੇ ਪੂਰੀ ਸਿਰਜਣਾ ਕੀਤੀ ਆ ਨਾ ਸੰਸਾਰ ਦੀ, ਉਹਦੀ ਜਿਹੜੀ ਪਰਮ ਸੱਤਾ, ਉਹਦਾ ਸਰੂਪ ਆ ਸਾਰੇ ਸਤਿਗੁਰੂ। ਉਹ ਮਾਲਕ ਆਪ ਨਰਾਇਣ,
ਕਲਾ ਧਾਰ ਜਗ ਮਹਿ ਪਰਵਰਿਓ। ਉਹ ਆਇਆ, ਆ ਕੇ ਸਿੱਟਾ ਦੇ ਗਿਆ ਨਾਮ ਦਾ। ਬੜੇ ਬੜੇ ਅਰਬਾਪਤੀ ਸੀ ਬਾਬੇ ਨਾਨਕ ਵੇਲੇ। ਉਹਨਾਂ ਨੇ ਬੜੀਆਂ ਬੜੀਆਂ ਚੀਜ਼ਾਂ ਚਲਾਈਆਂ ਸੀ, ਬੜੇ ਮਹਿਲ ਬਣਾਏ ਸੀ, ਬੜੀਆਂ ਬਿਉਂਤਾਂ, ਬੜੀਆਂ ਕੰਪਨੀਆਂ ਚਲਾਈਆਂ ਸੀ। ਅੱਜ ਕਿੱਥੇ ਆ? ਤੇ ਇੱਕ ਬਾਬੇ ਨੇ 20 ਚਾਂਦੀ ਦੇ ਰੁਪਈਆਂ ਨਾਲ ਰਜਤ ਪਾਣਾ, ਇੱਕ ਜਾਗੀਆਂ ਹੋਈਆਂ, ਪਹੁੰਚੀਆਂ ਹੋਈਆਂ ਰੂਹਾਂ ਬੁੱਧ ਪੁਰਸ਼ਾਂ ਦੇ ਸਰਨ 'ਚ ਜਾ ਕੇ ਉਹਨਾਂ ਦੇ ਚਰਨਾਂ 'ਚ ਸੇਵਾ ਕੀਤੀ, ਲੰਗਰ ਛਕਾਇਆ। ਅਤੇ ਜੋ ਉਹਨਾਂ ਦੀ ਜਾਗਿਆ ਹੋਇਆਂ ਦੀ ਜਿਹੜੇ ਇੱਕ ਮਿੱਕ ਸੀ, ਇੱਕ ਭਾਊ ਵਾਲੇ ਸੀ ਨਿਰੰਕਾਰ ਨਾਲ, ਰਸਨਾ 'ਤੇ ਲੱਗ ਗਿਆ। ਅਤੇ ਜੋ ਅਸੀਸਾਂ ਮਿਲ ਗਈਆਂ ਉੱਥੋਂ, ਅਤੇ ਉਹਨਾਂ ਦਾ ਪ੍ਰਤਾਪ ਦੇਖੋ। ਅੱਜ ਵੀ ਪੂਰੇ ਵਰਲਡ ਦੇ ਵਿੱਚ ਨਾਨਕ ਨਾਮ ਦੇ ਸਿੱਕੇ ਚੱਲਦੇ ਆ। ਭੁੱਖਾ ਧਿਆਇਆ ਕਿਧਰੋਂ ਹੀ ਆ ਜੇ ਕੋਈ। ਕਈ ਦੇਸ਼ਾਂ ਦੇ ਲੋਕ ਤਾਂ ਹੀ ਹੈਰਾਨ ਆ ਵੀ ਯਾਰ ਐਂ ਕਿਵੇਂ ਖਾਣ ਨੂੰ ਦੇ ਸਕਦਾ ਕੋਈ ਕਿਸੇ ਨੂੰ, ਫੂਡ ਕਿਵੇਂ ਦੇਊਗਾ? ਫਿਰ ਇਹ ਆਉਂਦਾ ਕਿੱਥੋਂ ਹੈ? ਦੇਖ ਲਓ ਫਿਰ ਕਿੱਥੋਂ ਆਉਂਦਾ। ਪੂਰੀ ਦੁਨੀਆ 'ਤੇ, ਇੱਕ ਥਾਂ ਨਹੀਂ, ਪੂਰੀ ਦੁਨੀਆ 'ਤੇ। ਕਾਰਨ ਕੀ ਹੈ? ਜੁੜੇ ਹੋਏ ਇੱਕ ਭਾਉ 'ਚ ਰਹਿਣ ਵਾਲੇ ਮਹਾਂਪੁਰਸ਼ਾਂ ਦੀ ਸੰਗਤ, ਉਹਨਾਂ ਦੀ ਪੰਗਤ ਅਤੇ ਉਹਨਾਂ ਦੇ ਲੰਗਰ 'ਚ ਜੋ ਭੇਜਿਆ, ਜੋ ਵਰਤਾਇਆ, ਆਪਦੇ ਹੱਥੀਂ ਖੁਦ ਤਿਆਰ ਕਰਕੇ ਛੋਟੀ ਜਿਹੀ ਉਮਰ 'ਚ, ਜੋ ਅਸੀਸਾਂ, ਜੋ ਦਾਤਾਂ ਉੱਥੋਂ ਪਾਈਆਂ। ਕਿਉਂਕਿ ਉਹ ਸਰੂਪ ਕਿਹਦਾ ਸੀਗੇ? ਉਹ ਸਾਰੇ ਉਸ ਕਰਤੇ ਪੁਰਖ ਨਿਰੰਕਾਰ ਦਾ। ਕਿਉਂਕਿ ਜਿਹੜਾ ਵੀ ਇੱਕ ਭਾਉ 'ਚ ਰਹਿੰਦਾ ਉਹ ਸਰੂਪ ਉਹਦਾ ਹੀ ਹੁੰਦਾ। ਵੈਸੇ ਜਿੰਨੀ ਦੁਨੀਆ ਸਾਰੀ ਉਹਦਾ ਹੀ ਰੂਪ ਆ, ਕਣ ਕਣ 'ਚ ਉਹੀ ਵਸਿਆ। ਪਰ ਜਿਹੜਾ ਜਾਗ ਜਾਂਦਾ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਉਹੀ ਹਾਂ, ਮੈਂ ਉਹਦਾ ਰੂਪ ਹਾਂ। ਫਿਰ ਉਹਦੇ ਕੋਲ ਇੱਕ ਅਥਾਰਟੀ ਆ ਜਾਂਦੀ ਹੈ ਦਸਤਖਤ ਕਰਨ ਦੀ, ਮੋਹਰ ਲਾਉਣ ਦੀ, ਅਸੀਸ ਦੇਣ ਦੀ। ਇਹੀ ਕਾਰਨ ਹੈ ਕਿ ਸਤਿਪੁਰਸ਼ਾਂ ਦੀਆਂ ਅਸੀਸਾਂ ਲੈਣ ਲਈ ਅਸੀਂ ਉਤਾਵਲੇ ਰਹਿੰਦੇ ਹਾਂ, ਅਸੀਂ ਭੱਜੇ ਫਿਰਦੇ ਰਹਿੰਦੇ ਹਾਂ। ਕੋਈ ਸਮਾਂ ਬਣੇ ਐਸਾ ਕਿ ਉਹ ਸਤਿਪੁਰਸ਼ ਦੀ ਚੱਲਦੀ ਹੋਵੇ ਸੁਖਮਣਾ ਅਤੇ ਮੌਕੇ 'ਤੇ ਜਾ ਵੜੀਏ ਅਸੀਂ। ਜਾਣੀ ਸੁਖਮਣਾ ਆਈ ਹੁੰਦੀ ਹੈ ਜਿਵੇਂ ਇੱਕ ਮੌਜੂਦਾ MLA ਜਾਂ ਮੌਜੂਦਾ ਮੁੱਖ ਮੰਤਰੀ ਜਾਂ ਮੰਤਰੀ, ਅਤੇ ਜਦੋਂ ਨਹੀਂ ਚੱਲਦੀ ਉਦੋਂ ਸਾਬਕਾ, ਜਾਂ ਕਹਿ ਲਈਏ ਵੀ ਉਹਦੇ ਕੋਲ ਅਥਾਰਟੀ ਕੋਈ ਦਫ਼ਤਰ 'ਚ ਹੈ। ਮੰਨ ਲਓ ਉਦੋਂ ਉਹ ਦਫ਼ਤਰ 'ਚ ਹੈ ਜਦੋਂ ਸੁਖਮਣਾ ਚੱਲਦੀ ਹੈ। ਉੱਥੇ ਜਦੋਂ ਵੀ ਜਿਹੜੀ ਚੀਜ਼ 'ਤੇ ਦਸਤਖਤ ਕਰਤੇ, ਜੋ ਮੋਹਰ ਲਾਤੀ, ਉਹ ਪ੍ਰਵਾਨ ਹੈ, ਉਹ ਅਸੈਂਬਲੀ 'ਚ ਪ੍ਰਵਾਨ ਹੋ ਗਈ, ਉਹ ਫਿਰ ਸਾਰਾ ਕੁਛ ਹੋਊਗਾ। ਹੁਣ ਇੱਕ ਟਾਈਮ ਉਹ ਆ ਜਦੋਂ ਉਹ ਵੈਸੀ ਫਿਰਦੇ ਆ, ਪਰ ਉੱਥੇ ਅਧਿਕਾਰ ਨਹੀਂ ਉਹਨਾਂ ਕੋਲ, ਨਾ ਪੈਨ ਹੈ ਨਾ ਮੋਹਰ ਹੈ। ਉਹ ਸਮਝ ਲਓ ਉਦੋਂ ਉਹ ਈੜਾ ਪਿੰਗਲ ਵਾਲੇ ਪਾਸੇ ਆਪਣੇ ਵਰਗੇ ਹੀ ਆ, ਤੁਰੇ ਫਿਰਦੇ ਆ। ਇਹ ਸਾਰੇ ਰਾਜ, ਸਾਰੀਆਂ ਗੱਲਾਂ ਜੋ ਸਾਨੂੰ ਬਖਸ਼ਿਸ਼ ਕੀਤੀਆਂ ਸਤਿਗੁਰਾਂ ਨੇ ਆਪਣੇ ਚਰਨਾਂ 'ਚ ਰੱਖ ਕੇ, ਉਹ ਸਾਰੀਆਂ ਆਪਾਂ ਸਾਂਝ ਪਾਉਂਦੇ ਰਹਾਂਗੇ। ਸਾਂਝ ਪਾਈ ਦਾ ਫੇਰ ਫਾਇਦਾ ਗੁਰਮੁਖੋ। ਇਹ ਸਾਰੇ ਕੁਛ ਸੁਣੇ ਦਾ ਵੀ ਫੇਰ ਫਾਇਦਾ ਜੇ ਬੈਠੋਗੇ। ਕੋਈ ਕਹੀ ਜਾਵੇ ਦੁਨੀਆ 'ਚ ਕਿ ਧਿਆਨ ਨਹੀਂ ਹੁੰਦਾ, ਜੇ ਨਹੀਂ ਹੁੰਦਾ, ਜਦੋਂ ਖੁਦ ਗੁਰੂ ਗ੍ਰੰਥ ਸਾਹਿਬ ਪੜ੍ਹੋਗੇ ਤੁਹਾਨੂੰ ਸਾਰੀਆਂ ਗੱਲਾਂ ਸਹੀ ਮਿਲਣਗੀਆਂ, ਸੱਚ ਲੱਗਣਗੀਆਂ। ਗੁਰੂਆਂ ਨੇ ਮੋਹਰਾਂ ਨਾਲਾਂ ਦਿੱਤੀਆਂ ਕਿ ਜਿੰਨੀ ਨਾਮ ਧਿਆਇਆ। ਇਹ ਧਿਆਨ ਕੀ ਹੁੰਦਾ ਵੀ? ਇਹ ਧਿਆਨ ਹੀ ਆ ਨਾ। ਹੁਣ ਆਪਾਂ ਤਾਂ ਪੁੱਛ ਨਹੀਂ ਸਕਦੇ ਜਾ ਕੇ ਉਹਨਾਂ ਨੂੰ ਜਿਹੜੇ ਕਹਿੰਦੇ ਵੀ ਧਿਆਨ ਦਾ ਸੰਬੰਧ ਹੀ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਸੁੱਟੀ ਨਾਲ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਭਲਕੇ ਉੱਠ ਹਰ ਨਾਮ ਧਿਆਵੈ। ਪਹਿਲੇ ਭਾਉ 'ਚ ਆਵੇ, ਇੱਕ ਭਾਉ 'ਚ ਇੱਕ ਮਿੱਕ ਤਾਂ ਕਰੇ, ਉਹਦੇ ਨਾਲ ਕਰਤੇ ਨਾ। ਜੋ ਉਹਨੇ ਵਿਧਾਨ ਦਿੱਤਾ ਬਚਪਨ ਤੋਂ ਸਾਡੇ ਨਾਲ ਹੁੰਦਾ। ਸਾਡਾ ਪਵਨ ਗੁਰੂ ਆਪਣੇ ਉਹ ਸੈਂਟਰ ਤਾਣ ਦੇਣ ਤੱਕ ਪਹੁੰਚਦਾ, ਉੱਥੇ ਪਹੁੰਚਾ ਕੇ ਆਉਂਦਾ, ਪ੍ਰਾਣ ਸ਼ਕਤੀ 'ਤੇ ਹਾਜ਼ਰੀ ਲੱਗਦੀ ਹੈ, ਪੌਜ ਹੁੰਦਾ। ਅਤੇ ਉੱਥੇ ਸਾਡਾ ਧਿਆਨ ਵੀ ਜੇ ਕਿਤੇ ਨਾਲ ਜਾ ਵੜੇ, ਉਹ ਧੁਨ ਹੈ ਜਿਹੜੀ ਸਾਡੀ ਧੁੰਨੀ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਥ ਕਹਾਣੀ। ਇੱਕ ਉਹ ਧੁਨੀ ਹੁੰਦੀ ਹੈ ਜਿਹੜੀ ਸਰਬ ਵਿਆਪਕ ਹੈ। ਉਹ ਫਿਰ ਇਸ ਰਾਹ ਉਤਰਦੇ ਹਾਂ ਅਸੀਂ ਕੰਨਾਂ ਕੋਲ ਦੀ, ਉਹ ਸੁਣਦੀ ਆ, ਸਾਨੂੰ ਲੈ ਜਾਂਦੀ ਅੰਦਰ। ਪਹਿਲਾਂ ਸ਼ੁਰੂਆਤ ਕਰੋ ਬੈਠਣ ਦੀ, ਹੱਥ ਬੰਨ੍ਹ ਕੇ ਕਰਤੇ ਪੁਰਖ ਅੱਗੇ, ਕਾਲ ਪੁਰਖ ਅੱਗੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਪਾ ਕੇ, ਦਸੇ ਪਾਤਸ਼ਾਹੀਆਂ ਤੁਹਾਡੀਆਂ ਗਵਾਹ, ਸੰਤ ਭਗਤ ਗਵਾਹ ਕਿ ਪਾਤਸ਼ਾਹ ਮੈਂ 5 ਮਿੰਟ ਦਾ ਵਾਅਦਾ ਕਰਦਾ, ਮੈਂ 5 ਮਿੰਟ ਤੁਹਾਡੀ ਗੋਦ 'ਚ ਸਿਰ ਰੱਖ ਕੇ ਬੈਠਿਆ ਕਰੂੰਗਾ। ਮੇਰੇ 'ਤੇ ਕਿਰਪਾ ਕਰਿਓ, ਮੈਨੂੰ ਮਹਿਸੂਸ ਕਰਾ ਦਿਓ ਕਿ ਤੁਸੀਂ ਹੱਥ ਰੱਖਤਾ ਮੇਰੇ ਸਿਰ 'ਤੇ। ਬੜੀ ਪਵਿੱਤਰਤਾ ਨਾਲ
ਸਾਫ ਸੁਥਰਾ ਆਸਣ ਵਸਾ ਕੇ ਬੈਠਣਾ ਹੈ। ਇਹ ਆਪਾਂ ਸਾਂਝ ਪਾਉਂਦੇ ਰਹਾਂਗੇ ਅੱਗੇ। ਮਹਾਰਾਜ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ ਸਾਰਿਆਂ 'ਤੇ। ਬੋਲਦਿਆਂ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਗਲਤ ਗੱਲ ਕਹੀ ਗਈ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਸੰਗਤਾਂ ਬਖਸ਼ਣਯੋਗ ਹੈ, ਬਖਸ਼ਦੀਆਂ। ਜੁੜੇ ਰਹੋ, ਜਾਣੋ ਆਪਣੇ ਅੰਦਰੋਂ ਸਭ ਕੁਛ ਅੰਦਰ ਹੀ ਪਿਆ, ਦੱਸਿਆ ਗੁਰੂ ਗ੍ਰੰਥ ਸਾਹਿਬ 'ਚ ਹੈ। ਜਿੱਥੇ ਮਰਜ਼ੀ ਬੈਠੇ ਹੋ ਪੜ੍ਹ ਲਓ, ਖੋਲ੍ਹ ਕੇ ਆਨੰਦ ਮਾਣੋ। ਸਤਿਗੁਰੂ ਰਹਿਮਤ ਕਰਨ। ਦਾਸ ਤੁਹਾਡਾ ਆਪਣਾ ਮਾਂ ਦੇਸਾਂ ਨੰਦਨ ਜਸਵੀਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਬੁਰਜ ਸਾਹਿਬ, ਮਾਈ ਦੇਸਾਂ ਪਾਤਸ਼ਾਹੀ 10ਵੀਂ। ਹਾਜ਼ਰੀਆਂ ਲਵਾਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।